ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਆਨਲਾਈਨ ਗੁਰਮਤਿ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਆਪਾਂ ਇਸ ਕੈਂਪ ਦੀ ਸ਼ੁਰੂਆਤ ਜਾਪ ਸੇਵਾ ਤੋਂ ਕਰਦੇ ਹਾਂ ਜੀ। ਸੋ ਅੱਜ ਦੀ ਜਾਪ ਸੇਵਾ ਲੈ ਰਹੇ ਹਨ ਜੀ ਸਿਮਰਨ ਕੌਰ ਜੀ, EPP ਨੰਬਰ 13344, ਜੋਨ ਮਹਿਲ ਕਲਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿਮਰਨ ਕੌਰ ਜੀ, ਬਹੁਤ ਵਧੀਆ ਜੀ। ਪਰ ਆਪ ਜੀ ਨੇ ਇੱਕ ਗੱਲ ਦਾ ਧਿਆਨ ਰੱਖਣਾ ਹੈ, ਅਜੂਨੀ ਅਤੇ ਸੈਭੰ ਨੂੰ ਅਲੱਗ-ਅਲੱਗ ਬੋਲਣਾ ਹੈ ਜੀ, ਅਤੇ ਗੁਰਪ੍ਰਸਾਦ ਹੁੰਦਾ ਹੈ ਜੀ। ਸੋ ਕੀਰਤਨ ਦੀ ਸੇਵਾ ਲੈ ਰਹੇ ਹਨ ਜੀ ਵੀਰਪਾਲ ਕੌਰ ਜੀ, EPP ਨੰਬਰ 11630, ਜੋਨ ਪੱਟੀ ਤੋਂ। ਜੇਕਰ ਵੀਰਪਾਲ ਕੌਰ ਜੀ ਨਹੀਂ ਜੁੜੇ, ਕੋਈ ਹੋਰ ਸਟੂਡੈਂਟ ਅਗਰ ਸੇਵਾ ਲੈਣਾ ਚਾਹੁੰਦਾ ਉਹ ਲੈ ਸਕਦਾ ਹੈ ਜੀ। ਹਾਂਜੀ 10186 10190। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਿਰ ਕਰ ਬੈਸੋ ਹਰਿ ਜਨ ਪਿਆਰੇ, ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਵਰ ਮਾਰੇ, दुष्ट दूत परमेश्वर मारे, जन की पैज रखी करतारे, जन की पैज रखी करतारे। बादशाह शाह सब वस कर दीने, बादशाह शाह सब वस कर दीने। अमृत नाम महारस पीने, अमृत नाम महारस पीने। निरपौ होए पजो भगवान, निरपौ होए पजो भगवान। साध संगत मिल कीनो दान, साध संगत मिल कीनो दान। शरण परे प्रभ अंतरयामी, शरण परे प्रभ अंतरजामी। नानक ओट पकड़ी प्रभ स्वामी, नानक ओट पकड़ी प्रभ स्वामी। सिर कर बैसो हर जन प्यारे, सिर कर बैसो हर जन प्यारे। सतगुर तुमरे काज सवारे, सतगुर तुमरे काज सवारे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਆਪ ਜੀ ਨੇ ਮੌਕੇ ਉੱਤੇ ਆ ਕੇ ਆਪਣੀ ਕੀਰਤਨ ਦੀ ਸੇਵਾ ਨਿਭਾਈ ਜੀ। ਸੋ ਅੱਜ ਦਾ ਸਾਡਾ ਪਹਿਲਾ ਸੈਸ਼ਨ ਲੈਣਗੇ ਜੀ ਸਰਦਾਰ ਹਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਗੁਰੂ ਅੰਗਦ ਦੇਵ ਜੀ। ਜੇ ਵੀਰ ਜੀ ਜੁੜ ਚੁੱਕੇ ਹਨ ਤਾਂ ਆਪਣਾ ਹੈਂਡ ਰੇਜ਼ ਕਰੋ ਜੀ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਜੋ ਬੱਚੇ ਵੀ ਸੁਣ ਰਹੇ ਹਨ ਉਹ ਪਹਿਲੇ ਫਤਿਹ ਬੁਲਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਅਸੀਂ ਗੁਰੂ ਅੰਗਦ ਦੇਵ ਜੀ ਮਹਾਰਾਜ, ਸਾਡੇ ਦੂਜੇ ਨਾਨਕ ਸਾਹਿਬ, ਜਿਨ੍ਹਾਂ ਨੂੰ ਬਾਣੀ ਵਿੱਚ ਲਿਖਿਆ ਹੈ ਕਿ ਜੋਤ ਊਹਾ ਜੁਗਤ ਸਾਈ ਸਹਿ ਕਾਇਆ ਫਿਰ ਪਲਟੀਏ। ਗੁਰੂ ਨਾਨਕ ਦੀ ਜੋਤ, ਜਿਵੇਂ ਇੱਕ ਰਾਜਾ ਆਪਣੇ ਅਲੱਗ-ਅਲੱਗ ਕੱਪੜੇ ਬਦਲਦਾ ਹੈ, ਅਗਰ ਸ਼ਿਕਾਰ ਕਰਨ ਜਾਂਦਾ ਹੈ ਤੇ ਕੱਪੜਾ ਕੋਈ ਅਲੱਗ ਪਾਉਂਦਾ ਹੈ, ਤੇ ਆਪਣੀ ਫੈਮਿਲੀ ਵਿੱਚ ਅਲੱਗ ਕੱਪੜੇ ਪਾਉਂਦਾ ਹੈ, ਤਖਤ ਤੇ ਬੈਠਦਾ ਅਲੱਗ ਕੱਪੜੇ ਪਾਉਂਦਾ ਹੈ, ਖੇਡਣ ਜਾਂਦਾ ਤੇ ਅਲੱਗ ਕੱਪੜੇ ਪਾਉਂਦਾ, ਲੇਕਿਨ ਰਾਜਾ ਤਾਂ ਉਹੀ ਹੁੰਦਾ ਨਾ। ਐਵੇਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
नानक नाम निरंजन जानियो। कीनी भगत प्रेम लिवलाई, बड़ी प्रेम दे नाल भगती की सतगुरु जी ने, गुरु नानक देव जी महाराज ने। कीनी भगत प्रेम लिवलाई, तांते अंगद अंग संग भयो, तांते अंगद अंग संग भयो, तिन शब्द सुरत की नींव रखाई। शब्द दे सुरत जुड़िया, सुनिया शब्द, और जित सेविए सुख पाइए। शब्द सुन रहे हैं भाई जोत जी कोलों, जित सेविए सुख पाइए, सो साहिब सदा संभालिए। जित सेविए सुख पाइए, सो साहिब सदा संभालिए। जित कीता पाइए, अपना सा घाल बुरी क्यों घालिए। मंदा मूल ना कीचई, दे लम्मी नदर निहालिए। जो साहिब नाल ना हारिए, ते वे पासा टालिए। आसा दी वार हर गुरुद्वारे विच, हर तख्त साहिबान ते हुंदी है, और 21वीं पौड़ी यह है जी, जित सेविए सुख पाइए। बड़े प्यार दे नाल पढ़ सन भाई जोत जी, खडूर साहब रहिंदे सन। इस तो पहला आपां चलिए ओ घर मते दी सरां। मते दी सरां भाई फेरूमल जी, इन्हां दे पिता जी कारोबार करते हैं, छोटी जी हट्टी है एक, और बड़ा गुड करैक्टर है। सारे पिंड दे संगतां दे नाल बड़ा प्यार करते हैं, मिठा बोलना, और उन्होंने मिठा बोलन करके, उन्होंने अच्छे करैक्टर करके, आचार व्यवहार करके, उन्होंने जीवनी करके पिंड वालियां ने फिर उन्होंने प्रधान बना लिया। हिंदू फैमिली है, और पिंड दे कई मैंबर, जिवें असीं हुण हेमकुंट साहब जाते हैं इकट्ठे होकर, बस में कोई ना कोई जत्थेदार हुंदा है, तो इवें भाई फेरू जी, भाई फेरू जी ये जत्थेदार हैं। वैष्णो माता जी ते जाते हैं, जम्मू तो अगे घोड़ियां ते जाते हैं, और बहुत अच्छे तरीके नाल ये जत्था चलता गया। घर विच बच्चा होया, प्रकाश होया, उनका नाम रखा गया भाई लहणा जी। कुछ सोच के रखा होगा भी कुछ ऐसा इसने लेना है, लैण वाला ही होवे, देण वाला ना होवे, किसी का देनदार ना होवे, किसी का अपने वालों लोग सोचते भी मैं बिजनेस कर रहे हैं, तो मैं मेरा पुत्र किसी का देनदार ना होवे, सेठ बने, तो नाम रख दिता भाई लहणा। ये जो जिदा 1504 की गल है, जो जिन्हों का नाम श्री गुरु अंगद देव जी महाराज और भाई लहणा जी, इन्हों का पहला नाम है। 1504 दे विच आप जी का प्रकाश होया मते दी सरां। ये तकरीबन कोई 16 किलोमीटर है जी मुक्तसर साहब तो, और अजकल जिहड़ा जिला पैंदा है वो फरीदकोट पैंदा है वाला। और हर साल जा रहे हैं, माता के दर्शन करते हैं। जदों तकरीबन कोई 22 साल की उम्र हुई ना, 22 साल की उम्र हुई, तो पिताजी ने सोच लिया कि हुण मेरा समा आ गया है। पुत्र भाई लहणा जी तकरीबन 22 साल के हैं, और कहन लगे बुला के, बेटा ये पिंड वाले साडे ते बड़ा विश्वास करते हैं, सानू बड़ा मनदे हैं, और ये काम जो मेरे को सेवा लै रहा है यात्रा की, धार्मिक यात्रा की, ये हुण तुसी ये जिम्मेवारी तुहाडी है। सतवचन जी पिताजी ज्योति जोत समा गए, कहते धन धन पिता, धन धन कुल, धन सो जननी, जिन गुरु जनिया माए। माता दया कौर भी उन्होंने नाम आया है, ते वो माता धन है जिहड़ा गुरु नूं जन्म दिंदी है। धन धन पिता, वो पिता धन है।
ਉਹ ਕੁਲ ਧਨ ਹੈ, ਤਹਿਰੈਨ ਕੁਲ ਵਿੱਚੋਂ ਆਪ ਜੀ ਦਾ ਪ੍ਰਕਾਸ਼ ਹੋਇਆ। ਖੱਤਰੀ ਸਨ। ਧਨ ਧਨ ਪਿਤਾ, ਧਨ ਧਨ ਕੁਲ, ਧਨ ਸੋ ਜਨਨੀ ਜਿਨ ਗੁਰੂ ਜਨਿਆ ਮਾਇਆ। ਉਹ ਧਨ ਧਨ ਗੁਰੂ ਜਿਨ ਨਾਮ ਆਰਾਧਿਆ। ऐसा गुरु जिन्हें सिमरन किया ते आप तरिया, जिन्हें डिठा ते ना ले छड़ाए। हालात बदले, पॉलिटिकल हालात बदले, क्योंकि बाबर दा राज सी। गुरु नानक साहब दे वेले बाबर हमला करके आया। श्री गुरु ग्रंथ साहब विच भी इसका जिक्र आंदा है, जैसी मैं आवे खसम की बाणी, फैसला करी ज्ञान वे लालो, पाप की जंज ले काबलो धाया, जोरी मंगे दान वे लालो। शर्म धर्म दोए छप खलोए, कूड़ फिरे प्रधान वे लालो। बड़ा कतलेआम किया, बड़ियां दा खून किया, बड़िया संतां महापुरुषां नूं गुरु नानक साहब जी ने जेल विच बंद कर दिता। ते एक दिन ऐसी रब दी करनी हुई, बाबर दा बच्चा हुमायूं बीमार हो गया। हुण मन में यह आया, पीरा फकीरां ने कहा कि जिन्होंने तो बंद कर रखा है ना जेल दे विच, इन्हां कोल दुआ करवा, तेरा बच्चा ठीक हो जाएगा। जेल विच आया, सारे पीरां नूं कहंदा है कि हथ खड़े करके दुआ करो। अज नहीं हथ खड़े सन ते गुरु नानक साहब दे नहीं सन, क्योंकि निरभो जपै सगल पो मिटै। वो किसी राजे दे मुथाज नहीं हैं, किसी तो डरते नहीं हैं, क्योंकि उन्होंने पहला जपजी साहब दे विच ही लिख दिता है, निरभव निरवैर। परमात्मा निरभव है, निरवैर है, और जो उन्हें जपदा है वो भी निरभव हो जाता है, निरवैर हो जाता है। ते बच्चा ठीक ना होया ते चरना ते डिग पिया श्री गुरु नानक साहब जी महाराज दे। कहंदे तू सच्चा पीर लगदा है, अरदास कर मेरे वास्ते, अरदास कर। अखा च आंसू। कहते हुण तैनूं अरदास करने की भी जरूरत नहीं, तेरा बच्चा ठीक हो जाएगा, तू निमरता विच आ गया, तेरी अरदास अल्लाह तक पहुंच गई है। बड़ा इंप्रैस होया। महाराज जी ने फिर समझाया भी जे तू बेगुनाह नूं पकड़िया है, इन्हां नूं सब नूं छड्ड दे। सब नूं छड्डिया। फिर इन्हें तकरीबन कोई 10 साल राज किया इत्थे। इहदी फिर मौत हो गई। फिर शेर शाह सूरी ने हमला किया, इहदे पुत्र ने हुमायूं ने 10 साल राज किया, और शेर शाह सूरी को हार गया हुमायूं। असीं हुण चलने आ उत्थे। एक दिन, 1 साल, 2 साल, 3 साल, 4 साल, 5 साल, 6 साल, 22 साल की उम्र है तो उम्र हो गई 28 साल। और माता दे दर्शन करने वास्ते भाई लैणा जी हर साल जाते हैं, हर साल जाते हैं, संगतां नूं नाल लेके जाते हैं, जत्थेदार हैं और घोड़ियां ते जाते हैं। और अज एक ऐसा मोड़ आ गया, एक मोड़ आ गया ऐसा, मन में दुविधा पैदा हो गई, जावा कि ना जावा, जावा कि ना जावा। ड्यूटी पैदा हो गई मन में कि की करा। खिंच पा रहा है शब्द, जो सच्चे शब्द का सुख मिलिया भाई जोत जी कोलों, कि ऐसा केड़ा सुख है। वो सुख खाली सुनिया सी हले भाई जोत जी कोलों, जित सेविए सुख पाइए सो साहिब सदा संभालिए। सुनिया भाई जोत जी कोलों ते वेख लिया भाई गुरु नानक दा सिख सिंहा, बड़ा गरीबड़ा सिख है गुरु नानक साहब दा। आधा किलो पाइया आटा लैन आना, नमक नाल रोटी खा लैनी, या 50 ग्राम दाल लैके एक टुक दी रोटी खानी, धर्म की किरत करनी, वंड के छकना ते नाम जपना। गुरु नानक साहब दे 3 गोल्डन रूल नूं अपना के धर्म की किरत करता है बड़ा गरीब। जब 3-4 दिन नहीं आया, 3-4 दिन नहीं आया दुकान ते भी पुछा देखा सी
क्यों नहीं आया? ਕੀ ਦੇਖਦੇ ਹਨ ਜਦੋਂ ਘਰ ਦੇ ਕੋਲ ਪਹੁੰਚੇ ਤੇ ਇੱਕ ਦਰਵੇਸ਼ ਉਹਨਾਂ ਦੇ ਦਰ ਤੇ ਖੜਾ ਹੈ। ਭਾਈ ਸਿੰਘਾਂ ਦੇ ਦਰ ਤੇ ਇੱਕ ਦਰਵੇਸ਼ ਖੜਾ ਹੈ ਔਰ ਭਾਈ ਸਿੰਘਾਂ ਨਾਲ ਗੱਲ ਕਰ ਰਿਹਾ ਹੈ। ਕਹਿੰਦਾ ਵੀ ਮੈਂ ਸੁਣਿਆ ਹੈ ਜਿਹੜਾ ਗੁਰੂ ਨਾਨਕ ਦੇ ਦਰ ਦੇ ਉੱਤੇ ਆ ਜਾਂਦਾ ਹੈ ਭਰੋਸਾ ਕਰਕੇ, ਭਰੋਸਾ ਹਿੱਲੇ ਨਾ ਤੇ ਉਹਨੂੰ ਮਨ ਮੁਰਾਦਾਂ, ਉਹਦੀਆਂ ਮੁਰਾਦਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ। ਡੋਲੇ ਨਾ, ਇਹ ਨਾ ਹੋਵੇ ਕਿ ਇੱਕ ਨਹੀਂ ਚੱਕਰੀ ਜਿੱਤ ਭੋ ਖਸਮ ਨਾ ਜਾਏ। ਨਾਨਕ ਸੇਵਕਾਂ ਦੀ ਜੇ ਸਾਦੀ ਰੇ ਸਮਾਏ, ਉਹ ਇੱਕ ਦੇ ਵਿੱਚ ਸਮਾਇਆ ਰਵੇ, ਬਸ ਵਾਹਿਗੁਰੂ ਵਿੱਚ ਤੇ ਗੁਰੂ ਵਿੱਚ। ਐਸਾ ਸਿੱਖ ਭਾਈ ਕਹਿੰਦੇ ਵੀ ਮੈਂ ਸੁਣਿਆ ਹੈ ਗੁਰੂ ਨਾਨਕ ਦੇ ਦਰ ਤੋਂ ਵੀ ਕੋਈ ਖਾਲੀ ਨਹੀਂ ਜਾਂਦਾ, ਔਰ ਮੈਂ ਇਹ ਵੀ ਸੁਣਿਆ ਹੈ ਗੁਰੂ ਦੇ ਕੋਈ ਸਿੱਖ ਹੋਵੇ ਉਹਦੇ ਦਰ ਤੋਂ ਵੀ ਕੋਈ ਖਾਲੀ ਨਹੀਂ ਜਾਂਦਾ। ਇਹ ਮੈਂ ਪਿੰਡ ਵਿੱਚ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੁਰੂ ਨਾਨਕ ਦਾ ਸਿੱਖ ਹੈ। ਪਿੰਡ ਵਾਲਿਆਂ ਨੇ ਕਿਹਾ ਇੱਥੋਂ ਮੈਨੂੰ ਭੋਜਨ ਮਿਲ ਜਾਏਗਾ। ਭਾਈ ਸਿੰਘਾਂ ਦੇ ਅੱਖਾਂ ਦੇ ਵਿੱਚ ਆਂਸੂ ਨੇ। ਉਹ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇਰੇ ਨਾਮ ਦੇ ਨਾਲ ਮੇਰਾ ਨਾਮ ਜੁੜ ਗਿਆ ਹੈ, ਤੇਰੇ ਨਾਮ ਦੇ ਕਰਕੇ ਮੈਨੂੰ ਜਾਣਿਆ ਜਾ ਰਿਹਾ ਹੈ ਪਿੰਡ ਦੇ ਵਿੱਚ। ਮੈਂ ਤਾਂ ਬੜਾ ਗਰੀਬੜਾ ਸਿੱਖ ਹਾਂ। ਚਾਦਰ ਵਿਛਾਈ, ਥਾਲੀ ਲਗਾਈ ਤੇ ਪ੍ਰਸ਼ਾਦਾ ਤੇ ਦਾਲ ਕੋਲੀ ਵਿੱਚ ਪਾ ਕੇ ਇੱਕ ਪ੍ਰਸ਼ਾਦਾ ਉਹਨੂੰ ਦਿੱਤਾ। ਸਮਝ ਗਿਆ ਫਕੀਰ ਬਈ ਘਰ ਗਰੀਬੜਾ ਹੈ, ਘਰ ਜ਼ਿਆਦਾ ਰਾਸ਼ਨ ਨਹੀਂ ਹੈ, ਪਰ ਫਿਰ ਵੀ ਆਪਣੇ ਮਨ ਨੂੰ ਭੁੱਖ ਬੜੀ ਲੱਗੀ ਸੀ ਉਹਨੂੰ। ਕਹਿੰਦਾ ਵੀ ਇੱਕ ਪ੍ਰਸ਼ਾਦਾ ਹੋਰ ਦੇ ਦੇ। ਘਰ ਸਿਰਫ 3 ਪ੍ਰਸ਼ਾਦੇ ਪੱਕੇ ਹੋਏ ਹਨ, ਇੰਨੀ ਗਰੀਬੀ, ਸਿਰਫ 3 ਪ੍ਰਸ਼ਾਦੇ ਨੇ। ਇੱਕ ਪ੍ਰਸ਼ਾਦਾ ਫਕੀਰ ਨੂੰ ਦੇ ਦਿੱਤਾ, ਦੂਜਾ ਫਕੀਰ ਨੇ ਫਿਰ ਮੰਗ ਲਿਆ। ਭੁੱਖ ਲੱਗੀ ਹੈ ਪਰ ਨਹੀਂ, ਮੰਗਿਆ ਨਹੀਂ। ਇਹ ਸਭ ਦੇਖ ਕੇ ਉਧਰੋਂ ਕੀ ਫਿਰ ਫਕੀਰ ਚਲਾ ਗਿਆ। ਭਾਈ ਲਹਿਣਾ ਜੀ ਦੇਖ ਰਹੇ ਹਨ ਸਾਰਾ ਇਹ ਕੁਤਕ। ਤੇ ਫਿਰ ਭਾਈ ਲਹਿਣਾ ਜੀ ਦੀ ਘਰ ਵਾਲੀ ਤਕਰੀਬਨ 16 ਸਾਲ ਦੀ ਉਮਰ ਵਿੱਚ ਹੀ ਆਪ ਜੀ ਦਾ ਵਿਆਹ ਹੋ ਗਿਆ ਸੀ। ਭਾਈ ਲਹਿਣਾ ਜੀ ਦੀ ਘਰ ਵਾਲੀ ਬੜੀ ਸ਼ਾਂਤ ਸੁਭਾਅ, ਜਿਹੜੀ ਬੜੀ ਸੇਵਾ, ਉਹਨਾਂ ਨੇ ਅਥਕ ਸੇਵਾ ਕੀਤੀ ਖਡੂਰ ਸਾਹਿਬ ਦੇ ਵਿੱਚ। ਬੜੀ ਸੇਵਾ, ਥੋੜੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪ ਜੀ ਦਾ ਜ਼ਿਕਰ ਆਉਂਦਾ ਹੈ, ਨਾਮ ਆਉਂਦਾ ਹੈ। ਬਲਵੰਡ ਖੀਵੀ ਨੇਕ ਜਨ, ਮਾਤਾ ਖੀਵੀ ਜੀ ਦਾ ਨਾਮ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਲਵੰਡ ਖੀਵੀ, ਸੱਤਾ ਦੇ ਬਲਵੰਡ ਜਿਹੜੇ ਹਨ, 6 ਗੁਰੂ ਸਾਹਿਬ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ। ਤੇ ਇਹਨਾਂ ਵਿੱਚੋਂ ਭੱਟਾਂ ਦੇ ਵਿੱਚੋਂ ਬਲਵੰਡ ਲਿਖਦੇ ਹਨ ਭਾਈ ਬਲਵੰਡ ਜੀ, ਬਲਵੰਡ ਖੀਵੀ ਨੇਕ ਜਨ, ਇੰਨੀ ਨੇਕ ਹੈ ਕਿ ਜੋ ਉਸਦੇ ਕੋਲ ਆ ਜਾਂਦਾ ਸੀ ਉਹਨੂੰ ਆਪਣਾ ਬਣ ਸਮਝਦੇ। ਮੈਂ ਮੇਰੀ ਮਾਂ ਹੈ। ਜਿਵੇਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ, ਤਾਂ ਅਸੀਂ ਕੀ ਕਹਿੰਦੇ ਹਾਂ, ਸਾਡੀ ਮਾਤਾ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ। ਤੇ ਉਹਨੂੰ ਆਪਣਾ ਬਣ ਲੱਗਦਾ ਸੀ ਕੋਈ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਂ ਪਤਰਾਲੀ। ਬਹੁਤੀ ਛਾਂ ਪਤਰਾਲੀ ਵੀ ਜਿਵੇਂ ਕਿਸੇ ਪੇੜ ਦੇ ਥੱਲੇ ਕੋਈ ਬੈਠਦਾ ਹੈ ਗਰਮੀਆਂ ਦੇ ਦਿਨ, ਤੇ ਉਹ ਜਿਹੜੀ ਛਾਂ ਹੈ ਜਿਹੜੀ ਉਹ ਬੜੀ ਠੰਡਕ ਦਿੰਦੀ ਹੈ। ਇਵੇਂ ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਸੀ ਉਹਨੂੰ ਠੰਡਕ ਮਹਿਸੂਸ ਹੁੰਦੀ ਸੀ। ਫਿਰ ਉਹ ਖਾਲੀ ਮਨ ਦੀ ਠੰਡਕ ਨਹੀਂ, ਤਨ ਕਰਕੇ ਫਿਰ ਉਹ ਸੇਵਾ ਕਰਦੀ ਸੀ ਲੰਗਰ ਦੀ। ਮਾਤਾ ਜੀ ਕਹਿੰਦੇ ਨੇ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਘੀਰ ਖਿਆਲੀ। ਘਿਓ ਦੀ ਖੀਰ ਬਣਦੀ ਸੀ, ਬਸ ਦਿਨ ਰਾਤ ਸੇਵਾ ਦੇ ਵਿੱਚ ਰਹਿਣਾ।
ਐਸਾ ਉਹਨਾਂ ਦਾ ਸੁਭਾਅ ਅੱਜ ਕਹਿ ਰਹੇ ਨੇ ਆਪਣੇ ਭਾਈ, ਅੱਜ ਕਹਿ ਰਹੇ ਹਨ ਸਿਆਂ ਜੀ ਨੂੰ, ਕਹਿੰਦੇ ਭਗਤ ਜੀ ਇਹ ਪ੍ਰਸ਼ਾਦਾ ਤੁਸੀਂ ਛਕ ਲਓ, ਤੁਸੀਂ ਮਿਹਨਤ ਕਰਨੀ ਹੈ, ਬੜੀ ਤਬੀਅਤ ਵੀ ਠੀਕ ਨਹੀਂ ਹੈ, 3 ਦਿਨ ਤੋਂ ਕੰਮ ਤੇ ਵੀ ਨਹੀਂ ਗਏ ਤੁਸੀਂ। ਕਹਿੰਦੇ ਨਹੀਂ, ਇਹ ਪ੍ਰਸ਼ਾਦਾ ਤੂੰ ਛਕ ਲੈ, ਤੂੰ ਬੱਚਿਆਂ ਨੂੰ ਦੁੱਧ ਪਿਆਣਾ ਹੈ, ਤੂੰ ਛਕ ਲੈ, ਤੈਨੂੰ ਚਾਹੀਦਾ ਹੈ। ਔਰ ਉਹ ਭਾਈ ਲਹਿਣਾ ਜੀ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਇੱਕ ਪ੍ਰਸ਼ਾਦਾ ਹੈ ਔਰ ਇਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਤੁਸੀਂ ਛਕ ਲਓ, ਤੁਸੀਂ ਛਕ ਲਓ। ਕੀ ਦੇਖਦੇ ਹਨ ਭਾਈ ਲਹਿਣਾ ਜੀ? ਇਹ ਗੁਰੂ ਦਾ ਸਿੱਖ ਹੁੰਦਾ ਹੈ। ਗੁਰੂ ਸਿੱਖ ਦਾ ਐਸਾ ਆਚਰਨ ਹੁੰਦਾ ਹੈ ਕਿ ਘਰ 3 ਪ੍ਰਸ਼ਾਦੇ ਹੋਣ, 2 ਫਕੀਰ ਨੂੰ ਛਕਾ ਦੇਣ ਤੇ ਆਪ ਅੱਧਾ ਖਾ ਲੈਣ। ਅੱਧਾ ਪ੍ਰਸ਼ਾਦਾ ਦੋਨਾਂ ਨੇ ਛਕਿਆ, ਅੱਖਾਂ ਵਿੱਚੋਂ ਆਂਸੂ ਪਾਈ ਲੈਣਾ। ਅੱਜ ਬੜੇ ਹੈਰਾਨ ਹੋਏ ਕਿ ਸੁਣਿਆ ਸੀ ਭਾਈ ਜੋਧ ਜੀ ਕੋਲੋਂ, ਅੱਜ ਵੇਖ ਲਿਆ। ਆਪਾਂ ਪੜ੍ਹਦੇ ਆ ਨਾ ਸ਼ਬਦ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ। ਐਸਾ ਗੁਰੂ, ऐसा महान गुरु, कोट ब्रह्मंडा का ठाकुर, कोट ब्रह्मंड को ठाकुर स्वामी सर्वजिया का दाता रे, प्रतिपाले नित सार संभाले, एक गुण नहीं मूर्ख जाता रे। इस शब्द में आकर ते कहते हैं, मैं मूर्ख की केतुक बात है, कोट पराधी तरया रे, गुरु नानक जिन सुनिया वेख्या से फिर गरबास ना भरिया। ऐसा गुरु ਜਿਹੜਾ ਜਨਮ ਤੇ ਮਰਨ ਕੱਟ ਦਿੰਦਾ ਹੈ, ਐਸਾ ਗੁਰੂ ਜਿੰਦੀ ਬਾਣੀ ਸੁਣਿਆ ਮਨ ਸ਼ਾਂਤ ਹੋ ਗਿਆ, ਜਿਤ ਸੇਵੀਏ ਸੁਖ ਪਾਈਏ। ਅੱਜ ਉਹਨਾਂ ਨੇ ਉਹ ਸੁਖ ਦੇਖ ਲਿਆ ਕਿ ਏਡੇ ਗਰੀਬ ਹੁੰਦਿਆਂ ਹੋਇਆਂ ਕਿੰਨੇ ਸੁਖੀ ਰਹਿ ਰਹੇ ਹਨ। ਕਿਉਂਕਿ ਜਪਜੀ ਸਾਹਿਬ ਪੜ੍ਹਦੇ ਹਨ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਗਰੀਬ ਨਹੀਂ ਹੈ ਜਿਹਨੂੰ ਪਰਮਾਤਮਾ ਨੇ ਝੁੰਪੜੀ ਦਿੱਤੀ ਹੋਵੇ, ਬਸਦਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਕੱਪੜੇ ਫੱਟੇ ਹੋਣ, ਜਾਤ ਨਾ ਪਤਨਾ ਆਦਰੋ, ਉਜਿਆਣ ਪਰ ਮਿੰਨਾ। ਇੰਨਾ ਗਰੀਬ ਹੋਵੇ ਕਿ ਗੁਰੂ ਨਾਨਕ ਦੀ ਨਜ਼ਰ ਵਿੱਚ ਕੌਣ ਹੈ? ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। जिस दे परमात्मा का नाम है सिमरन दे, जिसनों बख्शे सिफत सलाह, नानक पातशाही पातशाह। अज अखां विचों आंसू। ये वो मोड़ मैं दस रहा हाँ, जदों 6वीं वारी जान लगे ने उत्थे वैष्णो देवी, एक ऐसा मोड़ आ गया, ये सारे सीन याद आ गए कि गुरु नानक साहब ने सुनिया भाई जोध जी कोलों और साक्षात देख लिया सिख का करैक्टर कि साडा भी यही सुभाव है बच्चों कि साडे घर कोई फकीर आ जाए, कवे भुख लगी है, मना ना करना कदे। किस रूप दे विच गुरु नानक तुहाडे घर आ जाए, मैं नहीं कहता उन्हें पैसे दिओ या ना दिओ, पर प्रसादा जरूर छका दिओ। प्रसादा जरूर छका के उहदे पेट की भुख मिट जाए। तुहाडे करैक्टर नूं देख के, तुहाडे आचरण नूं देख के कोई कहे भी ये गुरु नानक दा सिख है, ये घर गुरु नानक दा है। शहर विच पता लग जाए, पिंड विच पता लग जाए भी कि इस घर विच कोई भी आएगा भुखा, उन्हें रोटी मिलेगी। ये साडे वास्ते लैसन है बच्चों, ये साडे वास्ते लैसन है कि क्योंकि मैनूं याद है ना, मैनूं एक बारी भुख लग गई तो मैं गड्डी चला रहा सी, मैनचेस्टर के लागे जाके पहुंचया, उत्थे गूगल विच पाया ते गुरुद्वारे का एड्रैस पाया, भुख लगी सी। हुण उत्थे ते ज़्यादातर नॉन वैज, अजकल वैज शुरू हो गया, दास का एक्सपोर्ट का काम है। तो गड्डी एयरपोर्ट तो लैके सारे यूके में घूमना, कभी मैनचेस्टर, कभी ल्यूटन, कभी बर्मिंघम, कभी सब जगह ते। तो मैनचेस्टर के लागे चागे आया तो भुख लग गई। मैं भुख लगी है, हुण GSP विच पाओ कि गुरुद्वारा किहड़ा नेड़े है, गुरुद्वारा नेड़े किहड़ा है। गुरुद्वारा आ गया जी मैनचेस्टर ते, उत्थे गया तो कहते जी कोहली साहब ने बनाया है। जेड़े स्कूल तुसीं पढ़दे हो ना, भाई साहब भाई जसविंदर सिंह जी खालसा, ये उन्होंने जाके उत्थे
ਜਿਵੇਂ ਹਰ ਗੁਰਸਿੱਖ ਜਾਂਦੇ ਹਨ ਕਿਤੇ ਵੀ ਦੇਸ਼ ਵਿਦੇਸ਼ ਵਿੱਚ, ਸਭ ਤੋਂ ਪਹਿਲੇ ਉਹਦਾ ਇਹ ਕੰਮ ਹੁੰਦਾ ਹੈ ਕਿ ਗੁਰੂ ਦਾ ਘਰ ਬਣਾਇਆ ਜਾਵੇ। ਤੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਮੇਰੀ ਜਿਹੜੀ ਸੀ ਨਾ ਭੋਜਨ ਦੀ ਤ੍ਰਿਪਤੀ ਹੋਈ। ਮੈਨੂੰ ਜਸਵਿੰਦਰ ਸਿੰਘ ਜੀ ਖਾਲਸਾ ਕੋਹਲੀ ਸਾਹਿਬ ਦੇ ਨਾਮ ਤੋਂ ਜਾਣੇ ਜਾਂਦਾ ਸੀ, ਉੱਥੇ ਪ੍ਰਸ਼ਾਦਾ ਛਕਿਆ। ਫਿਰ ਮੇਲ ਨਹੀਂ ਹੋਇਆ, ਪਰ ਬੜੀਆਂ ਸੀਸਾਂ ਦਿੱਤੀਆਂ ਬਈ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਕੀਤਾ ਵੀ ਚਲੋ ਇੱਥੇ ਸਾਡੀ ਪਿਆਸ ਮਿੱਟੀ ਹੈ, ਭੁੱਖ ਮਿੱਟੀ ਹੈ। ਇਹ ਹੈ ਗੁਰੂ ਘਰ ਦਾ ਆਚਰਣ, ਇਹ ਗੁਰੂ ਘਰ ਦੀ ਸਿੱਖੀ ਹੈ ਕਿ ਗੁਰੂ ਨਾਨਕ ਦੇ ਘਰ ਕੋਈ ਜਾਵੇ, ਨਿਸ਼ਾਨ ਸਾਹਿਬ ਨੂੰ ਦੇਖੇ, ਇੱਥੇ ਪ੍ਰੋਟੈਕਸ਼ਨ ਮਿਲ ਜਾਏਗੀ, ਇੱਥੇ ਮੈਨੂੰ ਸੌਣ ਦੀ ਜਗ੍ਹਾ ਵੀ ਮਿਲ ਜਾਏਗੀ, ਇੱਥੇ ਮੈਨੂੰ ਖਾਣ ਵਾਸਤੇ ਭੋਜਨ ਵੀ ਮਿਲ ਜਾਏਗਾ। ਇਹ ਅਸੀਂ ਸਿੱਖਣਾ ਹੈ ਸਾਖੀ ਤੋਂ। ਇਹ ਇੰਨਾ ਇਫੈਕਟ ਕੀਤਾ ਉਹਨਾਂ ਨੂੰ। ਅੱਜ ਜਿਹੜਾ ਡਿਊਲਟੀ ਵਿੱਚ ਸੀ ਨਾ ਮਨ, ਮੈਂ ਜਾਵਾਂ ਨਾ ਜਾਵਾਂ, ਨਾਲ ਸਾਥੀ ਹਨ, ਘੋੜੇ ਤੇ ਬੈਠੇ ਹਨ, ਨਾਲ ਸਾਥੀ ਹਨ, ਸਾਰੇ ਘੋੜੇ ਤੇ ਬੈਠੇ ਹਨ, ਪਰ ਹੁਣ ਦੋ ਵਿਚਾਰ ਮਨ ਵਿੱਚ ਚੱਲ ਰਹੇ ਹਨ, ਜਾਵਾਂ ਕਿ ਨਾ ਜਾਵਾਂ। ਕਿਉਂਕਿ ਮਨ ਵਿੱਚ ਉਦੋਂ ਧਾਰ ਲਿਆ ਸੀ, ਖਾਣਾ ਬਣਾ ਲਿਆ ਸੀ। ਜਦੋਂ ਸ਼ਬਦ ਸੁਣ ਕੇ ਨਾ ਬੜੇ ਪਿਆਰ ਦੇ ਨਾਲ, ਜਿਵੇਂ ਵੀਰ ਜੀ ਕਥਾ ਸੁਣਾ ਰਹੇ ਸਨ, ਬੱਚਿਆਂ ਨੂੰ ਦੱਸ ਰਹੇ ਸਨ ਕਿ ਗੁਰਬਾਣੀ ਸਾਨੂੰ ਬੜੇ ਪਿਆਰ ਨਾਲ ਬੋਲਣੀ ਚਾਹੀਦੀ ਹੈ, ਬੋਲ ਬੋਲ ਕੇ ਪੜ੍ਹਨੀ ਚਾਹੀਦੀ ਹੈ, ਮੁਸਕਰਾ ਮੁਸਕਰਾ ਕੇ ਪੜ੍ਹਨੀ ਚਾਹੀਦੀ ਹੈ, ਬਾਣੀ ਦਾ ਧਿਆਨ ਕਰਨਾ ਚਾਹੀਦਾ ਹੈ, ਹੱਸ ਹੱਸ ਕੇ ਪੜ੍ਹਨੀ ਚਾਹੀਦੀ ਹੈ, ਬਾਰ ਬਾਰ ਪੜ੍ਹਨੀ ਚਾਹੀਦੀ ਹੈ। ਪਿੱਛੇ ਤੁਸੀਂ ਕਲਾਸ ਲਈ ਸੀ ਇਹ ਵਾਲੀ ਵੀਰ ਜੀ ਕੋਲੋਂ, ਉਸ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੈ ਬਸ। ਜਿਵੇਂ ਕੈਪਟਨ ਸਾਹਿਬ ਨੇ ਕਲਾਸ ਲਈ ਸੀ, ਇਹ ਵੀ ਮੇਰੇ ਬੜੇ ਅੱਛੇ ਮਿੱਤਰ ਹਨ, ਦਿੱਲੀ ਵਿੱਚ ਰਹਿੰਦੇ ਹਨ। ਇਹਨਾਂ ਨਾਲ ਵੀ ਸਕੂਲਾਂ ਵਿੱਚ ਕਈ ਵਾਰੀ ਮੌਕਾ ਮਿਲਿਆ ਹੈ ਜਾਣ ਦਾ, ਬੱਚਿਆਂ ਦੇ ਨਾਲ ਆਪਸ ਵਿੱਚ ਡਿਬੇਟ ਕਰਨ ਦਾ। ਤੇ ਇਹਨਾਂ ਕੋਲ ਵੀ ਮੈਂ ਇੱਕ ਗੱਲ ਸਿੱਖ ਲਈ। ਉਹ ਗੱਲ ਕੀ ਸੀ, ਕਹਿੰਦੇ ਵੀ ਭੋਜਨ ਜਿਹੜਾ ਉਹ ਖਾਣਾ ਚਾਹੀਦਾ ਹੈ ਜਿਹਦੇ ਨਾਲ ਤੁਹਾਡਾ ਮਨ ਕੰਟਰੋਲ ਚ ਰਹੇ। ਜੈਸਾ ਅੰਨ ਤੈਸਾ ਮਨ ਬਣ ਜਾਂਦਾ ਹੈ। ਜ਼ਿਆਦਾ ਤੇਜ਼ ਮਿਰਚ ਮਸਾਲੇ ਵਾਲੇ ਭੋਜਨ ਨਹੀਂ ਖਾਣਾ ਚਾਹੀਦਾ ਹੈ। ਪਰ ਕਈ ਵਾਰੀ ਸਾਡੇ ਘਰ ਬਾਹਰੋਂ ਆ ਜਾਂਦਾ ਸੀ। ਮੈਂ ਘਰਦਿਆਂ ਨੂੰ ਕਿਹਾ ਵੀ ਮੈਂ ਅੱਜ ਕੈਪਟਨ ਸਾਹਿਬ ਦਾ ਪਰਸਨੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਦੇਖਿਆ ਹੈ, ਅੱਜ ਤੋਂ ਬਾਅਦ ਮੈਂ ਇੱਕ ਰੂਟੀਨ ਬਣਾ ਦਿਓ ਮੇਰੀ। ਕਹਿੰਦੇ ਕਿ ਮੈਂ ਕਿਹਾ ਖੀਰਾ ਅੱਗੇ ਤੁਸੀਂ ਇੱਕ ਕੱਟਦੇ ਹੋ, ਇੱਕ ਪਿਆਜ਼ ਕੱਟਦੇ ਹੋ, ਥੋੜਾ ਸੈਲਡ ਬਣਾ ਕੇ ਕਿ ਐਡੀ ਵੱਡੀ ਪਲੇਟ ਬਣਾ ਲੈਂਦੇ ਹੋ, ਜੇ 2 ਟੁਕੜੇ ਖੀਰੇ ਚੁੱਕ ਲੈਣਾ, ਮੈਂ ਦੋ ਚੁੱਕ ਲੈਣਾ, ਮੈਂ ਪਿਆਜ਼ ਦੇ ਟੁਕੜੇ। ਕਹਿੰਦੇ ਨਹੀਂ, ਕੈਪਟਨ ਸਾਹਿਬ ਨੇ ਸਮਝਾਇਆ, ਕਹਿੰਦੇ 2 ਖੀਰੇ ਖਾ ਜਾਓ, ਭਾਵੇਂ 1 ਖੀਰਾ ਖਾ ਜਾਓ ਅੱਧਾ ਘੰਟਾ ਪਹਿਲਾਂ, ਉਹ ਜਿਹੜੀ ਤੁਹਾਡੀ ਡਾਈਜੈਸ਼ਨ ਪਾਵਰ ਜਿਹੜੀ ਨਾ ਵੱਧ ਜਾਏਗੀ। ਉਸ ਤੋਂ ਬਾਅਦ ਪ੍ਰਸ਼ਾਦਾ ਛਕੋ। ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਐਪਲੀਕੇਬਲ ਕਰਨ ਵਾਸਤੇ ਤੁਸੀਂ ਵੀ ਕਰੋ ਜ਼ਰੂਰ। ਸੈਲਡ ਜਿਹੜਾ ਅੱਧਾ ਘੰਟਾ ਪਹਿਲਾਂ ਖਾਓ। ਤੇ ਇਹ ਗੱਲ ਸਿੱਖੀ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਤੋਂ। ਆਓ ਅਸੀਂ ਫਿਰ ਉੱਥੇ ਵਾਪਸ ਆਉਂਦੇ ਹਾਂ ਕਿ ਇਹ ਗੁਰਮੁਖ ਰੂਹਾਂ, ਜੇ ਹੁਣ ਮੈਂ ਗੱਲ ਕਰ ਰਿਹਾ ਸੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਦਾ, ਫਿਰ ਇਹਨਾਂ ਦੀ ਮੈਂ YouTube ਤੇ ਦੇਖਿਆ ਵੀ ਲਿਵ ਕਿੱਦਾਂ ਲੱਗ ਗਈ। ਮੈਂ ਥੋੜਾ ਜਿਹਾ ਵਿਸ਼ੇ ਤੋਂ ਹਟਿਆ ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਕਿਉਂਕਿ ਗੁਰੂ ਦੇ ਸਿੱਖ ਦੀ ਗੱਲ ਆ ਗਈ ਹੈ ਨਾ। ਜਦੋਂ ਉਹਨਾਂ ਦਾ ਭਾਈ ਲਹਿਣਾ ਜੀ ਇੱਕ ਮੋੜ ਤੇ ਖੜੇ ਹਨ, ਤੇ ਫਿਰ ਕਿਸੇ ਗੁਰੂ ਦੇ ਸਿੱਖ ਨੂੰ ਮਿਲ ਕੇ, ਗੁਰੂ ਦੇ ਸਿੱਖ ਦੀ ਬਾਣੀ ਸੁਣ ਕੇ, ਤੇ ਉਹਨਾਂ ਨੇ ਮਨ ਵਿੱਚ ਕੀ ਆਪਣਾ ਡਿਸੀਜਨ ਕੀਤਾ, ਮੈਂ ਆਪ ਜੀ ਨੂੰ ਦੱਸਾਂਗਾ। ਸਿਰਫ ਪਹਿਲਾਂ ਦੱਸਾਂਗਾ, ਜਿਵੇਂ ਆਪ ਜੀ ਦੱਸੇ ਹਨ, ਕੈਂਸਰ ਹੋ ਗਿਆ, ਬੇਟੀ ਨਾਲ ਹੈ, ਰੋਣ ਲੱਗ ਪਈ। ਕਿਉਂ ਰੋਣੀ? ਭਰੋਸਾ ਕਰ। ਪਾਠ ਕੀਤਾ, ਕੁਛ ਦਿਨ ਬਾਅਦ ਹੀ ਕੈਂਸਰ ਠੀਕ ਹੋ ਗਿਆ। ਮਨ ਵਿੱਚ ਇਹ ਵਿਚਾਰ ਬਣ ਗਿਆ, ਹੁਣ ਬਈ ਇਹ ਜੋ ਜੀਵਨ ਦੁਬਾਰਾ ਮਿਲਿਆ ਹੈ, ਇਹ ਗੁਰੂ ਨਾਨਕ ਸਾਹਿਬ ਨੇ ਦੁਬਾਰਾ ਜੀਵਨ ਦਿੱਤਾ ਹੈ ਮਹਾਂਪੁਰਸ਼ਾਂ ਦੇ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਨਾਲ। ਖੰਨੇ ਵਾਲੇ ਨਾਲ ਇਹਨਾਂ ਦਾ ਬੜਾ ਪਿਆਰ ਸੀ, ਤੇ ਇਹ ਉਹਨਾਂ ਦੀ ਬਲੈਸਿੰਗ। ਇਹਦੇ ਜੀਵਨ ਸਾਰਾ ਹੁਣ ਉਹ ਜਿਹੜੇ ਬੱਚੇ ਹਨ ਨਾ, ਗਰੀਬ ਬੱਚੇ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਕੋਈ ਪੁੱਛਤਾਛ ਨਹੀਂ ਕਰਦਾ, ਅੱਜ ਉਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ। ਤੇ ਉਹ ਫਿਰ ਜਿਹੜੇ ਤੁਸੀਂ ਸਕੂਲਾਂ 'ਚ ਪੜ੍ਹ ਰਹੇ ਹੋ ਅੱਜ, ਇਹ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਬੰਦਾ ਵੀ ਅਗਰ ਮੈਂ ਕਹਿੰਦਾ ਕਿ ਸੋਚ ਲਵੇ ਨਾ, ਤੇ ਲਾਈਫ ਵਿੱਚ ਨਾ ਇਨਕਲਾਬ ਆ ਜਾਂਦਾ ਹੈ। ਪਿੱਛੇ ਚੱਲਣ ਵਾਲੇ ਬੜੇ ਹੋ ਜਾਂਦੇ ਆ। ਇੱਕ ਵਾਰੀ ਪਹਿਲਾਂ ਇੱਕ ਬੰਦਾ ਆਉਣਾ ਚਾਹੀਦਾ, ਕਿਉਂਕਿ ਮੈਨੂੰ ਕਿਸੇ ਮਹਾਂਪੁਰਸ਼ ਦਾ ਮਿਲਾਪ ਹੋਇਆ ਸੀ, ਤੇ ਉਹਨੇ ਕਿਹਾ ਸੀ ਵੀ ਜਿਵੇਂ ਉਹਨੇ ਸਮਝਾਉਣ ਵਾਸਤੇ ਮੈਨੂੰ ਕਿਹਾ ਕਿ ਬੜੀ ਤਪਸ਼ ਹੋ ਗਈ, ਗਰਮੀ ਹੋ ਗਈ, ਅੰਨ ਨਹੀਂ ਬਣ ਰਿਹਾ, ਪੱਕ ਰਿਹਾ, ਕੌਲ ਪੈ ਗਿਆ, ਬਾਰਿਸ਼ ਵੀ ਨਹੀਂ ਹੋ ਰਹੀ, ਕੀ ਕੀਤਾ ਜਾਵੇ।
सड़ रही है धरती, सड़ रही है। एक ਜਿਹੜੀ ਬੂੰਦ ਕਵੇ ਜੀ मैं थले डिगांगी तो सड़ जावांगी, ਹੁਣ कौन ਕਿਹੜੀ बूंद थले डिगे आकाश की? एक बूंद ने हिम्मत की, वो बूंद किहड़ी सी? जसविंदर सिंह खालसा जी। उन्हें हिम्मत की भी मैं सड़ जावां, मैं घर तो दूर हो जावां, चले जावां, मैं पर मैं ये काम करना है। वो बूंद जो थले डिगी तो सारिया बूंदा पिछे आ गई, जल थल हो गया। तो ये जीवन है, गुरसिख का जीवन हो इस तरह का हो। खैर वो मोड़ दे उत्ते आके उन्हें सुन भी ली बाणी, बाणी सुनी भी ते साक्षात देख भी लिया कि गुरु के सिख का आचरण की है। धर्म की किरत करता है, भावें थोड़ा कमांदा है पर दसवंध जरूर करता है। उनके घर कोई आ जाए तो खाली नहीं जाता। अज कहता साथियों नूं, अज साथियों नूं कह रहा है बई तुसी जाओ, मैं गुरु नानक साहब के दर्शन करने हैं। करतारपुर उन्होंने डेरा है, अज मोड़ गया जी, मोड़ गया जी। तुसी जाना मेरे नाल ते वेलकम, आ जाओ। नहीं तो मैं ते गुरु नानक साहब का जो ना सुनिया है, जो देखा है, तो मैं गुरु नानक साहब के दर्शन करने ने, मेरी वेट ना करना। जे मैं आ गया तो ठीक है, नहीं आ चुके। मोड़ गया जी। उत्थे मोड़ मुड़े ने की देखते हैं, एक बजुर्ग हाथ च रब्बी फड़ी है, खेतों में बाहर निकलिया, पुछते ने बाबा जी तुसी गुरु नानक साहब का घर देखा है? बाबा जी कहते हाँ गुरु नानक साहब का घर मैं देखा है। कहते बाबा जी मैनू दस दिओगे गुरु नानक साहब का घर कित्थे है? कहते पुरखा तेन मैं नाल लै जाना वा, मैनू नाल लै जाओगे, छड्ड आओगे गुरु नानक साहब के घर? कहते हाँ। आप पढ़ते हैं ना जी, चरण शरण गुरु एक पैंडा, जाए चल सतगुरु कोट पैंडा। एक कदम ते वधा तू गुरु वाल, एक कदम चल, गुरु तेन गोद विच चुक लेगा। गुरु तेरे पैसे का भुखा नहीं है, तेरी भावना का भुखा है। भावनी भगत पाए कोडी अगर भाग रखे, पार्ट ऑफ ए कोडी। निखित पैसा रख दे तो गुरु जी के अगे छोटे तो छोटा पैसा, लेकिन भावना दे नाल। भावनी भगत पाए कोडी अगर भाग रखे, ताही गुरु सर्ब निदान दान देता है। क्यों? क्योंकि सतगुरु दया का खजाना है। सतगुरु दया निध महिमा अगाध बोध, नमो 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 नियत 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 है। नमो 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 नियत नियत। ऐसे गुरु को बल बल जाइए, आप मुगत मोहित हारे। कहते भी पुरखा अपने घोड़े की वाग मैनू फड़ा दे। वाग फड़ी ते कुछ चिर बाद सतगुरु जी की धर्मशाला आ गई करतारपुर दे विच। धर्मशाला आ गई, कहते भी इत्थे घोड़ा बन के थोड़ा आराम करके फ्रैश होके ते तू संगत विच आ जा। धर्मशाला दे विच बाबा जी बैठे सन, जो संगत विच गया ते अखां खुलियां दी खुलियां रह गईयां, अखां विचों आंसू रोक ही नहीं रहे। पुछया किसी को, बई वाकई ये गुरु नानक साहब हैं? संगत ने कहा हाँ ये गुरु नानक साहब मंजी के उत्ते बैठे हैं। मंजी बैठ के अवतारा। फिर बाबा आया करतारपुर, मंजी बैठ के अवतारा, पैर गिरस्ती कपड़े, भेख उदासी सगल उतारा। सारा भेस जो सी, क्योंकि उदासी की ना साढ़े वास्ते, देशा विदेशों से आप गए ने गुरु नानक साहब जी महाराज। क्योंकि क्यों गए? अपने पुत्र भी सन उन्होंने, लेकिन तुहानू उन्होंने पुत्र ज्यादा समझिया है। देशों विदेशों के जिथे गए हैं ना, तुहानू पुत्र उन्होंने नाल ज्यादा प्यार किया, कुर्बान कर दिते अपने पुत्र छड्ड के। क्योंकि बाबा देखे ध्यान तर जलती सब पृथ्वी दिस आई। पृथ्वी सड़ रही है जिवें हुण सड़ रही है ना करोना दे विच, इवें सड़ रही सी। क्यों? क्योंकि बाद गुरु गुबार है, गुरु वाला नहीं है कोई भी, निगुरे घूम रहे हैं। बाद गुरु गुबार है करदी सुनी लुकाई। फिर बाबे ने भेख बनाया उदासी का, बाबे भेख बनाया उदासी की रित चलाई, चढ़िया सोधन तरत लुकाई। फिर इस लुकाई दे वास्ते
ਕਿੰਨੇ ਸਾਲ ਚਾਰ ਉਦਾਸੀਆਂ ਕੀਤੀਆਂ, ਜਗ੍ਹਾ ਜਗ੍ਹਾ ਤੇ ਜਾ ਕੇ ਕਿਸੇ ਨੂੰ ਮਾਰਿਆ ਨਹੀਂ, ਸਭ ਨੂੰ ਤਾਰਿਆ। ਕੋਡੇ ਰਾਖਸ਼ ਵਰਗਿਆਂ ਨੂੰ ਤਾਰ ਦਿੱਤਾ, ਭੂਮੀਏ ਚੋਰ ਨੂੰ ਤਾਰ ਦਿੱਤਾ, ਤੇ ਅੱਖਾਂ ਵਿੱਚੋਂ ਆਂਸੂ ਆ ਰਹੇ ਨੇ। ਚਰਨਾਂ ਤੇ ਡਿੱਗ ਪਿਆ, ਚਰਨ ਧੋ ਦਿੱਤੇ ਆਂਸੂਆਂ ਦੇ ਨਾਲ। ਸਤਿਗੁਰੂ ਭੁੱਲ ਹੋ ਗਈ, ਬੇਅਦਬੀ ਹੋ ਗਈ, ਸੱਚੇ ਪਾਤਸ਼ਾਹ ਬੇਅਦਬੀ ਹੋ ਗਈ, ਭੁੱਖ, ਮੈਂ ਭੁੱਲ ਗਿਆ। ਬਾਬਾ ਜੀ ਕਹਿੰਦੇ ਕੀ ਹੋਇਆ ਪੁਰਖਾ? ਕਹਿੰਦੇ ਬਾਬਾ ਜੀ ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਆ ਰਿਹਾ ਸੀ, ਤੇ ਰਸਤੇ ਵਿੱਚ ਤੁਸੀਂ ਮਿਲ ਗਏ, ਪਰ ਬੇਅਦਬੀ ਇਹ ਹੋ ਗਈ ਕਿ ਮੈਂ ਘੋੜੇ ਤੇ ਬੈਠਾ ਰਿਹਾ ਔਰ ਤੁਸੀਂ ਪੈਦਲ ਆਏ ਹੋ, ਦਰਸ਼ਨ ਮੈਂ ਤੁਹਾਡੇ ਕਰਨ ਵਾਸਤੇ ਆ ਰਿਹਾ। ਗੁਰੂ ਨਾਨਕ ਸਾਹਿਬ ਜੀ ਮੁਸਕਰਾਏ, ਪਿਆਰ ਕੀਤਾ, ਪੁੱਛਿਆ ਭਾਈ ਪੁਰਖਾ ਤੇਰਾ ਨਾਮ ਕੀ ਹੈ? ਤੇਰਾ ਨਾਮ ਕੀ ਹੈ? ਕਹਿੰਦੇ ਜੀ ਲਹਿਣਾ। ਫਿਰ ਮੁਸਕਰਾਏ, ਓਹੋ ਤੇਰਾ ਨਾਮ ਹੈ ਭਾਈ ਲਹਿਣਾ। ਜਿਹੜੇ ਲੈਣ ਵਾਲੇ ਹੁੰਦੇ ਹਨ ਨਾ, ਉਹ ਹਮੇਸ਼ਾ ਘੋੜੇ ਤੇ ਆਉਂਦੇ ਹਨ। ਜਿਹੜੇ ਲੈਣ ਵਾਲੇ ਹੁੰਦੇ ਹਨ ਉਹ ਘੋੜੇ ਤੇ ਆਉਂਦੇ ਹਨ। ਅਸੀਂ ਤੇਰੇ ਦੇਣਦਾਰ ਹਾਂ। ਬਸ ਫਿਰ ਕੀ ਸੀ, ਇੱਕ ਦੇ ਹੋ ਗਏ। ਬਸ ਜਿੰਨੇ ਰਿਚੁਅਲ ਸਨ ਪਿਤਾ ਜੀ ਨੇ ਸਿਖਾਏ ਸਨ, ਪੇੜਾਂ ਦੇ ਧਾਗੇ ਬੰਨਣੇ, ਪੱਥਰਾਂ ਦੀ ਪੂਜਾ ਕਰਨੀ, ਮਾਤਾ ਤੇ ਜਾਣਾ, ਫਿਰ ਉਹ ਸਾਰਾ ਕੁਝ ਛੱਡ ਦਿੱਤਾ। ਬਸ ਹੁਣ ਕਹਿ ਦਿੱਤਾ ਜਾ ਕੇ ਆਪਣੇ ਪਿੰਡ ਵਾਲਿਆਂ ਨੇ, ਮੈਨੂੰ ਪੂਰਨ ਪੁਰਖ ਮਿਲ ਗਿਆ ਹੈ, ਮੁਕਤੀ ਦਾ ਦਾਤਾ, ਮੈਨੂੰ ਵਿਕਾਰਾਂ ਤੋਂ ਮੁਕਤੀ ਦੇਣ ਵਾਲਾ ਦਾਤਾ ਮਿਲ ਗਿਆ ਹੈ। ਹੁਣ ਮੈਂ ਜੋ ਗੁਰੂ ਨਾਨਕ ਸਾਹਿਬ ਕਹੇਗਾ ਮੈਂ ਉਹ ਕਰਨਾ ਹੈ। ਸਾਰਾ ਜੀਵਨ ਫਿਰ ਦਿਲ ਨਾ ਲੱਗੇ, ਮਨ ਵਿੱਚ ਦਿੱਤਾ ਸੀ ਨਾ, ਤੇ ਮਨ ਵਿੱਚ ਕੇ ਆ ਗਏ ਸਨ। ਜਿਹਦੇ ਨਾਲ ਪਿਆਰ ਬਣ ਜਾਵੇ ਨਾ, ਤੇ ਉਹਨੂੰ ਬਾਰ-ਬਾਰ ਮਿਲਣ ਤੇ ਦਿਲ ਕਰਦਾ ਹੈ। ਦੂਜੀ ਵਾਰੀ ਫਿਰ ਆ ਗਏ, ਥੋੜੇ ਦਿਨ ਬਾਅਦ ਫਿਰ ਆ ਗਏ। ਘਰ ਆਏ, ਪੁੱਛਿਆ ਗੁਰੂ ਨਾਨਕ ਸਾਹਿਬ ਜੀ ਦੀ ਧਰਮ ਪਤਨੀ ਕੋਲ, ਮਾਤਾ ਸੁਲੱਖਣੀ ਜੀ ਕੋਲੋਂ, ਕਿੱਥੇ ਹਨ? ਕਹਿੰਦੇ ਸਾਹਮਣੇ ਖੇਤਾਂ ਦੇ ਵਿੱਚ। ਤਕਰੀਬਨ ਉਹਨਾਂ ਦੀ ਉਮਰ ਉਦੋਂ 63 ਸਾਲ ਸੀ, 63 ਇਅਰਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ। ਜਦੋਂ ਦੇਸ਼ਾਂ ਵਿਦੇਸ਼ਾਂ ਦੀਆਂ ਚਾਰ ਵਾਰੀ ਉਦਾਸੀਆਂ ਕਰਕੇ ਆਏ ਨੇ, ਤੇ ਕਹਿੰਦੇ ਉਹ ਸਾਹਮਣੇ ਖੇਤਾਂ ਵਿੱਚ ਚਲੇ ਗਏ। ਤੇ ਮਹਾਰਾਜ ਜੀ ਉੱਥੇ ਖੇਤਾਂ ਦੇ ਵਿੱਚ ਬਿਜ਼ੀ ਸਨ, ਕੰਮ ਕਰ ਰਹੇ ਸਨ। ਖੇਤਾਂ ਵਿੱਚ ਕੰਮ ਕਰ ਰਹੇ ਸਨ, ਤੇ ਮਨ ਵਿੱਚ ਸੋਚਿਆ ਕਿ ਮੈਂ ਵੀ ਕੋਈ ਇਹਨਾਂ ਦਾ ਹੱਥ ਵਟਾਵਾਂ। ਹੁਣ ਪਤਾ ਤੇ ਹੈ ਨਹੀਂ ਕਿ ਕਿਹੜੀ ਫਸਲ ਵੱਢਣੀ ਹੈ। ਨਦੀਨ ਉੱਥੇ ਘਾਹ ਵੀ ਖੇਤਾਂ ਵਿੱਚ ਹੈ, ਨਦੀਨ ਦਾ ਘਾਹ ਵੀ ਹੈ। ਉਹਨਾਂ ਖੇਤੀ ਵੱਢਣੀ ਸ਼ੁਰੂ ਕਰਤੀ। ਕਹਿੰਦੇ ਰੁਕ ਜਾ ਬਈ ਪੁਰਖਾ, ਤੂੰ ਰੁਕ ਜਾ, ਤੂੰ ਇੱਕ ਕੰਮ ਕਰ, ਹਲੇ ਤੈਨੂੰ ਖੇਤੀ ਬਾਰੇ ਨਹੀਂ ਪਤਾ, ਦੁਕਾਨਦਾਰ ਹੈ ਤੂੰ ਇੱਕ ਕੰਮ ਕਰ। ਇਹ ਪੰਡਾ ਪਈਆਂ ਹਨ ਨਾ ਘਾਹ ਦੀਆਂ, ਜਿਹੜੀ ਜਦੋਂ ਹੁੰਦੀ ਹੈ ਨਾ, ਤਕਰੀਬਨ ਅੱਸੂ ਦਾ ਮਹੀਨਾ ਹੁੰਦਾ ਹੈ, ਅੱਸੂ ਦੇ ਮਹੀਨੇ ਫਿਰ ਜਿਹੜੀ ਖੇਤੀ ਉਗਦੀ ਹੈ, ਝੋਨਾ ਕਹਿੰਦੇ ਨੇ, ਝੋਨੇ ਦੀ ਫਸਲ। ਝੋਨੇ ਦੀ ਪਿੰਡਾਂ ਵਾਲੇ ਨੂੰ ਪਤਾ ਹੋਏਗਾ, ਸ਼ਹਿਰ ਵਾਲੇ ਨੂੰ ਘੱਟ ਪਤਾ ਹੋਏਗਾ। ਝੋਨੇ ਦੀ ਫਸਲ ਵਿੱਚ ਫਿਰ ਨਦੀਨ ਨਿਕਲਦੀ ਹੈ, ਉਹ ਘਾਹ ਟਾਈਪ ਹੁੰਦੀ ਹੈ, ਉਹਨੂੰ ਜਿਹਦੇ ਵਿੱਚੋਂ ਚਿੱਕੜ ਵੀ ਚੋਂਦਾ ਹੈ। ਉਹ ਪਿੰਡ ਜਿਹੜੇ ਸੀ ਉਹ ਜਾਨਵਰਾਂ ਦੇ ਕੰਮ ਆ ਜਾਂਦੀ ਹੈ, ਜਾਨਵਰਾਂ ਨੂੰ ਖਵਾਉਣ ਦੇ ਕੰਮ ਆਉਂਦੀ ਹੈ। ਉਹ ਪਿੰਡ ਜਿਹੜੀ ਸੀ ਪੰਡਾ ਪਈਆਂ ਸੀ, ਕਹਿੰਦੇ ਵੀ ਇਹ ਚੁੱਕ ਲੈ ਤੇ ਘਰ ਲੈ ਚੱਲ, ਆਪਾਂ ਘਰ ਚੱਲਦੇ ਹਾਂ। ਸੋਹਣੇ ਕੱਪੜੇ ਪਾਏ ਹੋਏ, ਚਿੱਟੇ ਸਿਲਕ ਦੇ ਕੱਪੜੇ, ਤੇ ਘਰ ਪਹੁੰਚੇ। ਜਦੋਂ ਦੇਖਿਆ ਨਾ ਮਾਤਾ ਜੀ ਨੇ, ਕਹਿੰਦੇ ਇਹ ਕੀ ਕੀਤਾ ਜੇ, ਸਾਰੇ ਕੱਪੜੇ ਖਰਾਬ ਕਰ ਦਿੱਤੇ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਬੜੀ ਦੂਰੋਂ, ਇਹ ਕੀ ਕਰਤਾ ਜੇ, ਸਾਰੇ ਕੱਪੜੇ ਖਰਾਬ ਕਰ ਦਿੱਤੇ ਜੇ, ਸਾਰੇ ਕੱਪੜੇ ਖਰਾਬ ਕਰ ਦਿੱਤੇ ਨੇ। ਓਹੋ, ਕਹਿੰਦੇ ਨਹੀਂ, ਇਹ ਤੈਨੂੰ ਪੰਡ ਨਹੀਂ ਨਜ਼ਰ ਆ ਰਹੀ, ਇਹਦੇ ਉੱਤੇ ਪੰਡ ਨਹੀਂ, ਇਹ ਦੁਨੀਆ ਦਾ ਛਤਰ ਹੈ, ਤੂੰ ਮੇਰੀ ਦ੍ਰਿਸ਼ਟੀ ਨਾਲ ਦੇਖ। ਇਹ ਜਿਹੜਾ ਚੋਰਿਆ ਹੈ ਨਾ, ਚਿੱਕੜ ਜਿਹਨੂੰ ਤੂੰ ਕਹਿੰਦੀ ਹੈ, ਕਹਿੰਦੇ ਜੇ ਭਾਵਨਾ ਦੇ ਨਾਲ ਸੇਵਾ ਕੀਤੀ ਹੋਵੇ ਨਾ, ਤੇ ਚਿੱਕੜ ਵੀ ਕੇਸਰ ਵਗਣ ਲੱਗਦਾ। ਇਹ ਕੇਸਰ ਦੀ ਖੁਸ਼ਬੂ ਆ ਰਹੀ ਹੈ ਮੈਨੂੰ ਇਹਦੇ ਵਿੱਚੋਂ। ਇਹ ਪੰਡ ਨਹੀਂ, ਇਹ ਪੰਡ ਜਿਹੜੀ ਹੈ, ਇਹ ਪੰਡ ਕੋਈ ਚੁੱਕ ਹੀ ਨਹੀਂ ਸਕਦਾ। ਇਹ ਜਿਹੜੀ ਭਾਈ ਲਹਿਣਾ ਨੇ ਪੰਡ ਚੁੱਕੀ ਹੈ ਨਾ, ਇਹ ਕੋਈ ਨਹੀਂ ਚੁੱਕ ਸਕਦਾ। ਫਿਰ ਕੀ ਸੀ, ਭਾਈ ਲਹਿਣਾ ਜੀ ਨੇ ਮਾਤਾ ਖੀਵੀ ਜੀ ਨੂੰ ਕੰਮ ਸੰਭਾਲ ਦਿੱਤਾ, ਉਹਦੇ ਹੋ ਕੇ ਰਹਿ ਗਏ। ਫਿਰ ਘਰ ਨਾ ਚੱਲੇ, ਜਿਤ ਸੇਵੀਏ ਸੁਖ ਪਾਈਏ।
सो साहिब सदा संभालिए। फिर सेवा इन्नी की, उन्होंने सारा जीवन ही फिर हुक्म दे इर्द गिर्द घूमया। लोटा बड़ा कीमती लोटा गुरु नानक साहब के कोल जान के चिक्कड़ में सुट दिता, चिक्कड़ में सुट दिता ते अपने बच्चों में कहते ने श्री चंद जी बई ये लोटा कढ़ लियो। श्री चंद जी कहते ने जी लोटा जे जे कढ़ना ही सी ते सुटिया क्यों। लक्ष्मीदास ने भी छोटे भराता जी ने भी जवाब दिता, नाल जा रहे सन भाई लैना जी, कहते पुरखा लोटा कढ़ के लाया चिक्कड़ चो। बस हुक्म सुनन दी देर सी ते छाल मार दी चिक्कड़ विच, लोटा कढ़ के ले आए। ये एक इम्तिहान सी कि जिहड़ा जिन्हों मैं गद्दी देनी है, अगर वो एक चिक्कड़ विच लोटा नहीं कढ़ सकता और चिक्कड़ विच मत फसी हुई है, ये लैसन है। कहते जे चिक्कड़ जिंदी मत फसी होवे दुनिया नूं किदां कढेगा। जे चिक्कड़ विच किस नूं कढना होवे ना ते चिक्कड़ आलूद ते होना पैंदा ना जी। आप कपड़े ते खराब होणगे भावें, लेकिन अपने सैक्रीफाइस करके दूजे नूं बचा लेना बड़ी वड्डी गल है। मैनूं भी याद है 15 साल की मेरी उम्र होएगी, एक बच्चा 3-4 साल का, क्योंकि ये गल 70 के करीब गल है। साढ़े घर के सामने जिद्दां सारे ड्रेनेज सिस्टम नहीं सी हुंदा, सामने पार्क सी तो उहदे चिक्कड़ पूरा भरिया सी। पार्क विच एक बच्चा मैनूं बांह नज़र आई, उहदी बांह नज़र आई ते मैं दबा भज्जिया ते उहनूं चिक्कड़ चों कढिया ते पड़ोसियों का बच्चा सी। ते जदों भी हुण मिलदा है बड़ा जफ्फी पा के मिलदा है, कहता तुसीं मैनूं बचाया जी। मैंने मैं नहीं कोई ना बचाने वाला, गुरु नानक साहब ने तेरी उम्र लिखी सी। ते कहता भावें कि जिहड़ा चिक्कड़ विच एक लोटा नहीं कढ़ सकदा, दुनिया की मत जो चिक्कड़ विच फसी है वो नहीं कढ़ सकदा। इम्तिहान हो गया। एक बारी दरवाजा खोलिया धर्मशाला का, ते भाई लक्ष्मीदास श्री चंद जी रुमाल रख लिया नक दे उत्ते, क्यों बो आ रही सी बड़ी। सामने देखिया ते चूहा मरिया पिया। कहते साडा काम थोड़ा है, जो गुरु नानक साहब ने क्या कढ़ लिया, ये शूदरां दा काम है, किसी को करा लो, तुहाडे इन्ने सिख खान कोई भी कर देगा। भाई लैना जी ने क्या अंदर पढ़ते सन ना भी किस किस अंदर दे नाल सेवा कर रहा है। झट ओ चूहा कढ़ के ते बाहर सुट आए, क्योंकि ये सेवा भी वही कर सकता है। साहिब होए दयाल कृपा करे तां साई कार कराए सी, सो सेवक सेवा करे जिसनों हुक्म मनाए सी। हुक्म मनिए होवे प्रवान तां खसमे का महल पाए सी। खसमे पावे जो करे सो करे, खसमे पावे सो करे, मन चिंदिया सो फल पाए सी, तां दरगाह पहनदा जाए सी। ये साहिब दयाल होवे जिंदे को सेवा लैनी है तो उनके को लैनी है ना जी। ते फिर एक बार करतारपुर संगत बड़ी आ गई, इहो जे 4 सैशन भी हो जाना। ओहो धन गुरु अंगद देव जी महाराज, नानक नाम निरंजन जानियो कीनी प्रेम भगत ले बुलाई, ताते अंगद अंग संग भयो तिन शब्द सुरत की नींब रखाई। गुरु अमरदास की कथ कथा है एक जिही कछ कही ना जाए, सोडी सृष्ट सगल तारण को अब गुरु रामदास को मिली बधाई। शब्द सुरत की लीव इन्नी लगी गुरु अंगद साहब जी महाराज जी ते संगत बड़ी आ गई। श्री चंद जी नूं कहंदे ने बई तुसी जंड दा पेड़ है, जंड दे पेड़ दे उत्थे कहंदे इहनूं पेड़ दे उत्ते चढ़ जा ते हिला, इहनूं हिला ते इहदे तो मिठाई डिगेगी। कहंदे पिता जी तुहाडी उम्र हो गई है, जंड दे पेड़ दे विचों कदी मिठाई निकलेगी। ते जदों लक्ष्मीदास नूं कहा बेटे तू चढ़ जा पेड़ दे उत्ते, संगतां बड़ियां हन मठियाई डिगेगी। कहंदे वड्डे भराता जी सही कहंदे हन, मेरी तो बेइज्जती हो जाएगी जे मठियाई ना आई। ते फिर इशारा किया भाई लहना जी नूं, चढ़न लगे ते रोक लिया। श्री चंद जी तू की कर रहे हैं? कहंदे मेरा तो काम है हुक्म मनना।
हुक्म मनिए होए प्रवान था खसमेगा मैल पाए सी जित सेविए सुख पाई है। कहते मेरा सुख इस विच है कि मैनू जो गुरु नानक साहब कहते हैं मठियाई डेगना उन्होंने काम है, मेरा काम है हुक्म मनना, मेरा काम है हुक्म मनना। जिहड़े जपजी साहब जी आप रोज पढ़ते हो ना जी, श्लोक पढ़ते हो, उनके जी पहला 38 पौड़ियां 3 पौड़ियां ने जी पहलियां वो हुक्म देती हैं, हुक्म रजाई चलना नानक लिखिया नाल। सब पहली पौड़ी च आ जाता जी कि सचियारा हुई है कि कूड़े टुटे पाल, साडा ते परमात्मा का फासला किदा खत्म होवे, इस विच दीवार पर्दा किदा हटे, कहते परमात्मा के हुक्म च आ जा, तेरा ते परमात्मा का फासला खत्म हो जाएगा, बस तेरे अंदर होमे निकल गई तो तू खुद ही परमात्मा है। दूजी पौड़ी भी इदां ही आंदा है, तीजी पौड़ी भी हुक्म दी आंदी, हुक्मी कहते हुक्मी हुक्म चलाए राह नानक विकसे बेपरवाह। वो हुक्मी दा मालक अपनी सृष्टि ਨੂੰ अपने राह उत्ते चला रहा है, तुझ संसार उपाया सिर से फंदे लाया, देखे किता अपना वो वेख रहा है, बड़ा खुश होकर वेख रहा है। ਤੇ ਇਵੇਂ ਜਿਹੜੇ ਪਹਿਲੀਆਂ 3 ਪੌੜੀਆਂ ਹਨ ਉਹਦੀ ਆਖਰੀ ਜਿਹੜੀ ਪੰਕਤੀਆਂ ਹਨ ਜੀ ਧਿਆਨ ਨਾਲ ਪੜਨਾ, ਜਪਜੀ ਸਾਹਿਬ ਦਾ ਪਾਠ ਉਹ ਹੁਕਮ ਦੇ ਉੱਤੇ ਹਨ। ਜਿਵੇਂ ਹੁਣ ਪਹਿਲੀ ਪੌੜੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ, ਹੁਕਮੀ ਹੋਵਣ ਜੀਏ ਹੁਕਮ ਲੈ ਵਡਿਆਈ, ਸਭ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਈਚ ਐਂਡ ਐਵਰੀਥਿੰਗ ਇਜ਼ ਸਬਜੈਕਟਡ ਟੂ ਹਿਸ ਕਮਾਂਡ, ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਤੇ ਪੇੜ ਤੇ ਕਹਿੰਦੇ ਚੜੇਗਾ ਤੇ एक ही कर रहे हैं, पर कहते नहीं मेरा काम है हुक्म मनना। जब ਉਹਦੀ दृष्टि ਭੈਣ ਤੇ ਗੁਰੂ ਨਾਨਕ ਸਾਹਿਬ ਦੇ ਰੀਠੇ ਮਿੱਠੇ ਹੋ ਸਕਦੇ ਹਨ ਤੇ ਪੇੜ ਦੀ ਮਿਠਾਈ ਕਿਉਂ, ਪੇੜ ਤੋਂ ਮਿਠਾਈ ਕਿਉਂ ਨਹੀਂ ਡਿੱਗੇਗੀ? ਡਿੱਗੀ ਜੀ, ਸੰਗਤਾਂ ਨੇ ਖਾਧੀਆਂ। ਅੰਮ੍ਰਿਤ ਦ੍ਰਿਸ਼ਟ ਉਹਨਾਂ ਦੀ ਦ੍ਰਿਸ਼ਟੀ ਐਸੀ ਹੈ, ਜੇ ਕੋਈ ਵੇਖ ਲੈਂਦਾ ਸੀ ਤੇ ਸੰਤ ਬਣ ਜਾਂਦਾ ਸੀ। ਪਰ ਗੱਲ ਇਹ ਹੈ ਨਾ, ਜਿਹੜਾ ਕੋਈ ਮੰਨੇ, ਜੇ ਮੰਨ ਲਵੇ ਤੇ ਨਹੀਂ ਮੰਨਿਆ ਪੁੱਤਰੀ ਕੋਲ ਨਾ ਪਾ ਲਿਆ, ਨਹੀਂ ਮੰਨਿਆ ਭਾਈ ਲਿਆਣਾ ਜੀ ਨੇ ਮੰਨਿਆ ਸਾਰਿਆਂ। ਗੱਲ ਤੇ ਇੱਥੇ ਮੁੱਕਣੀ ਹੈ ਨਾ, ਮਨ ਦੀ ਮਹਿਲ ਤੇ ਤਾਂ ਹੀ ਤੁਨੀ ਸੁਣਿਆ, ਬਾਣੀ ਸੁਣ ਲਈ ਫਿਰ ਮੰਨੀ ਨਹੀਂ, ਸੁਣਿਆ ਮੰਨਿਆ ਮੰਨ ਲਿਆ, ਫਿਰ ਪਿਆਰ ਆ ਗਿਆ, ਕੀਤਾ ਪਾਵਾਂ ਅੰਤਰਗਤ ਦੀ ਮੰਨ ਲਾਉਂ, ਸਾਰੀ ਮਨ ਦੀ ਮਹਿਲ ਲੈ ਜਾਂਦੀ ਹੈ ਜੇ ਮੰਨ ਲਈ ਹੈ। ਜੇ ਅਸੀਂ ਗੁਰੂ ਅੰਗਦ ਦੇਵ ਜੀ ਦਾ ਸ਼ਬਦ ਪੜ੍ਹੀਏ ਬਈ ਅਸੀਂ ਮੱਥਾ ਵੀ ਟੇਕੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੂ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ, ਹੁਰਮਤ ਇਸਨੂੰ ਅਗਲੀ ਹੋ ਵਜੋ ਵੀ ਦੂਣਾ ਖਾਏ, ਪਰ ਜੇ ਕੀ ਕਰੇ, ਜੇ ਖਸਮੇ ਕਰੇ ਬਰਾਬਰੀ ਤਾਂ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਫਿਰ ਉਹਨੂੰ ਜੁੱਤੀਆਂ ਪੈਂਦੀਆਂ ਹਨ ਪਰਮਾਤਮਾ ਦੀ ਦਰਗਾਹ ਦੇ ਵਿੱਚ। ਤੇ ਕਹਿੰਦੇ ਫਿਰ ਚਾਕਰੀ ਇਹੋ ਜਿਹੀ ਹੋਣੀ ਜੇ ਇਹ ਕਿ ਨਹੀਂ ਚਾਕਰੀ ਜਿੱਤ ਭੋ ਖਸਮ ਨਾ ਜਾਏ, ਚਾਕਰ ਹੋ ਬਣੇ ਤੇ ਚਾਕਰ ਲੱਗੇ ਚਾਕਰੀ ਤੇ ਚੱਲੇ ਖਸਮੇ ਪਾਏ, ਹੁਰਮਤ ਇਸਨੂੰ ਅਗਲੀ ਉਹ ਵਜੋ ਵੀ ਦੂਣਾ ਖਾਏ। ਦੀਵਾਰ ਡਿੱਗ ਪਈ ਰਾਤੀ, ਦੀਵਾਰ ਡਿੱਗ ਪਈ ਤੇ ਉਹ ਦੀਵਾਰ ਵੀ ਕਹਿੰਦੇ ਨੇ ਬਾਰਿਸ਼ ਹੋ ਰਹੀ ਹੈ ਤੇ ਕਿਸੇ ਨੇ ਸਭ ਨੇ ਮਨਾ ਕਰਤਾ, ਬਾਰਿਸ਼ ਹੋ ਰਹੀ ਹੈ ਦੀਵਾਰ ਡਿੱਗ ਰਹੀ ਬਾਰ-ਬਾਰ, ਫਿਰ ਬਣਾਈ ਜਾ ਰਹੇ ਨੇ ਬਈ ਹੁਕਮ ਮੰਨਣਾ ਬਸ, ਸਾਰਾ ਜੀਵਨ ਹੁਕਮ ਦੇ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਮੰਨਿਆ। ਤੇ ਅਗਰ ਰਾਤੀ ਕਹਿ ਦਿੱਤਾ ਠੰਡ ਦੇ ਵਿੱਚ ਜਾ ਕੇ ਕੱਪੜੇ ਧੋ ਕੇ ਆਓ ਤੇ ਕੱਪੜੇ ਵੀ ਧੋਤੇ ਉਹਨਾਂ ਨੇ, ਕਿਸੇ ਨਾਲ ਗੱਲ ਬਣੀ। ਪਰ ਇੱਕ ਇਮਤਿਹਾਨ ਬੜਾ ਔਖਾ ਸੀ, ਉਹ ਬੜਾ ਔਖਾ ਸੀ। ਧਾਨਕ ਰੂਪ ਰਹਾ ਕਰਤਾਰ, 4-5 ਕੁੱਤੇ ਨਾਲ ਬੰਨ ਲਏ, ਡੰਡਾ ਹੱਥ ਵਿੱਚ ਫੜ ਲਿਆ। ਬੱਚੋ ਮੇਰੇ ਵਰਗਾ ਤਾਂ ਸਭ ਤੋਂ ਪਹਿਲਾਂ ਹੀ ਭੱਜ ਜਾਵੇ। ਇਹ ਕੀ ਹੋ ਗਿਆ ਅੱਜ ਗੁਰੂ ਨੂੰ? ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਨਾ ਕੇਸਗੜ੍ਹ ਸਾਹਿਬ ਦੇ ਵਿੱਚ, ਤੇ ਕਿੰਨੇ ਸਾਨੇ ਜਦੋਂ ਉਹਨਾਂ ਕਿਹਾ ਨਹੀਂ ਇੱਕ ਸਿਰ ਚਾਹੀਦਾ, ਇਹ ਗੁਰੂ ਨੂੰ ਕੀ ਹੋ ਗਿਆ ਅੱਜ? ਇਹਦੇ ਕੋਲ ਤੇ ਅਸੀਂ ਲੰਗਰ ਪ੍ਰਸ਼ਾਦਾ ਛਕਣ ਆਉਂਦੇ ਹਾਂ, ਇੰਜੋਏ ਕਰਨ ਆਉਂਦੇ ਹਾਂ, ਅੱਜ ਸਿਰ ਮੰਗਦਾ ਪਿਆ, ਭੱਜੋ ਇੱਥੋਂ। ਉਹ ਭੱਜ ਗਏ ਜੀ, ਭੱਜ ਗਏ। ਤੇ ਫਿਰ ਵੀ ਕੁਝ ਨਾਲ ਆਏ ਜਾ ਰਹੇ ਹਨ, ਜੰਗਲ ਵਾਲੇ ਪਾਸੇ ਜਾ ਰਹੇ ਹਨ, 4-5 ਕੁੱਤੀ ਹੱਥ ਡੰਡਾ, ਬੜਾ ਭਿਆਨਕ ਰੂਪ। ਫਿਰ ਕਹਿੰਦੇ ਨੇ ਕੁਛ ਥੈਲੇ ਵਿੱਚੋਂ ਮੋਹਰਾਂ ਕੱਢੀਆਂ ਚਾਂਦੀ ਦੀਆਂ, ਕੁਛ ਉਹ ਲੈ ਕੇ ਚਲੇ ਗਏ, ਕੁਛ ਸੋਨੇ ਦੀਆਂ ਕੱਢੀਆਂ। ਆਖਰ ਤੇ ਇੱਕ ਜੰਗਲ ਵਿੱਚ ਬਸ ਭਾਈ ਲਹਿਣਾ ਜੀ ਨਾਲ ਨੇ, ਗੁੱਸੇ ਹੋ ਕੇ ਬੋਲੇ ਤੂੰ ਕਿਉਂ ਨਹੀਂ ਜਾਂਦਾ ਬਈ, ਤੂੰ ਜਾ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮੇਰਾ ਤੇਰੇ ਸਿਵਾ ਕੋਈ ਨਹੀਂ,
मेरे से तेरे सिवा कोई नहीं है। अच्छा ए मुर्दा खा। फिर हथ जोड़ दिते, सच्चे पातशाह जी किहड़े पासे खावां, लत्त वाले पासे खावां, मूंह वाले पासे खावां, दस। चुकी चादर ते कड़ा प्रसाद गल विच ले लिया। तू की कहना है पुरखा, तू की कहना है, तेरा कोई नहीं, तेरा कोई कारोबार नहीं है। हाँ सच्चे पातशाह मेरा कोई कारोबार नहीं है। ते गले नाल ला के कहंदे मेरा भी कोई घर नहीं जिहदे विच मैं निवास कर सकां, मेरा कोई घर नहीं है जिहदे विच मैं निवास कर सकां। लहने को अंग से लगा कर अंगत कर दिया। बाबा बुड्ढा जी ने बुलाया, 5 पैसे नारियल मत्था टेकिया, गुरु नानक देव जी ने मत्था टेक दिता। दसो पारस की है, पारस जिहड़ा ना, पारस ना नाम सुनिया है, देखिया ते नहीं, पर कहंदे हन कि अगर वो तांबे नूं छू जांदा है ना, वो तांबा जिहड़ा है सोना बन जांदा है। बड़ी हैरानगी दी गल है। पारस पर एक गुरु पारस है, जे उनकी शरण विच आ जाओ, जो गुर कहे सोई पल मानो, हर हर कथा निराली, गुरसिख मीत चलो गुर चाली। जो गुर कहे, जो गुरु की गल मन गई है, सुन के मन लिया, प्यार आ गया, तो फिर वो अपने वर्गा कर लेंदा है जी। वो फर्क नहीं रहिंदा, खालसा मेरा रूप है खास, खासे में हों करूं निवास। पंज बाणियां दा नितनेम करके, अमृत वेले शस्त्र धारी करके, कोई बाणी बाना पा के, जरूरत नहीं है उन्हें रब ने लभन दी। शीशे अगे खड़े होकर फतेह बुला दे ते उन्हें गुरु गोबिंद सिंह का रूप नजर आ जाएगा उनके विच। ऐसा है साडा गुरु कि सतगुरु मेरा पूरा है, बस मन क्यों बहरा करे, सतगुरु मेरा पूरा। पर असी करने एक नहीं आशिकी दूजे लगे जाए। मैनू याद, मैं कनेडा भी गया, एक दुकान ते कपड़े का मेरा काम है, दुकान के उत्ते मैं बैठा हाँ, एक उन्होंने को गाहक आया जी मैं पंजाब जा रहा हाँ, और जो मेरा दुकान का मालिक है ना, मेरा दोस्त हाँ जी मालिक जिहदे मेरा बिजनेस है, कहते पंजाब जा रहे हो, रस्ते विच ना फलाने पीर दी ना एक मड़ी आएगी, ए हर एक चादर जी ना थान में बड़े मंगाए होने, थाना के थान, ए तू 10-15 मीटर कपड़ा ले जा ते ओदे उत्ते जाके चादर चढ़ा दे, तेरी सारी मुरादां पूरियां हो जाएंगी। मैनू रोना आ गया, मैं क्या की कर रहे हैं भाई। वो रस्ते विच छोटे साहिबजादे का गुरुद्वारा आंदा ही, तू अपने 10 पैसे कमाने वास्ते, $1-2 कमाने वास्ते उन्होंने गुरु नानक नाल तोड़ रहे हैं। क्या रस्ते विच साहिबजादियां दा गुरुद्वारा आंदा, छोटे साहिबजादियां दा, फतेहगढ़ साहब ज्योति स्वरूप गुरुद्वारा आंदा, उत्थे जाके मत्था टेक, उत्थे तू एक पैसा भी ना लिया जा, चादर भी ना चढ़ा, कड़ा प्रसाद भी ना करा, जिथे छोटे साहिबजादे शहीद होए ना, उत्थे एक आंसू बहा दे बस, कि सच्चे बादशाह मैनू पुत्र चाहिए, सच्चे बादशाह मेरा कारोबार नहीं है, एक आंसू तेरा डिग्या होया ना, गुरु नानक दे दर ते पहुंचेगा। असीं कित्थे बैठे हाँ, जिन्नियां मड़ियां मसाणियां पंजाब दे विच हन, किते भी नहीं। और जिन्ने न्यूज़पेपर कनेडा अमरीका विच भरे हैं ना, जोशियां दे, कबरां वालियां दे, $200 दिओ, $500 दिओ, फोन ते तुहाडा हल कर दांगे, और लाखां डॉलर दे के एडवरटाइजमेंट देंदे हन। क्यों? और ज्यादातर साडे पंजाबी फसे हन। ਇਹ ਕਿਨੇ ਹੀ ਆਸ਼ਕੀ, ਇਹ ਕਿਹੜਾ ਪਿਆਰ ਹੈ ਸਿੱਖ ਦਾ ਬਈ ਗੁਰੂ ਦੇ ਨਾਲ, ਇਹ ਕਿਨੇ ਹੀ ਆਸ਼ਕੀ, ਇਹ ਕਿਹੜੀ ਆਸ਼ਕੀ ਹੈ, ਦੂਜੇ ਲੱਗੇ ਜਾਏ, ਦੂਜੇ ਕੋਲ ਨਹੀਂ ਜਾਣਾ। ਬਸ ਦੂਜੇ ਕੋਲ ਤੇ ਬੱਕਰੀ ਜਾਂ ਗਾਂ ਦਾ ਬੱਚਾ ਵੀ ਜਾਂਦਾ ਨਾ ਜੀ, ਗਾਂ ਕੋਲ ਲੱਤ ਖਾ ਕੇ ਆਂਦਾ ਹੈ। ਹੋਵੇ ਸਿੱਖ ਤੇ ਮੜੀਆਂ ਮਸਾਨੀਆਂ ਤੇ ਜਾਵੇ, ਪੀਰਾਂ ਦੀ ਪੂਜਾ ਕਰੇ, ਨਹੀਂ ਸ਼ੋਭਾ ਨਹੀਂ ਦਿੰਦਾ। ਗੁਰੂ ਦਾ ਸਿੱਖ ਹੋਵੇ, ਸਦ ਹੀ ਰੇ ਸਮਾਏ, ਬਸ दाता और ना मंगिए फिर मंगन जाइए, खोछा शाह न कीजिए मत पछताइए। दाता फिर गुरु नानक साहब, जिन्होंने गुरु नानक दे, जिस सिख नूं गुरु नानक दे दर तो नहीं मिलिया तो किते भी नहीं मिलेगा। इन्ना भरोसा, इन्ना टेक हिले ही ना, गुरु नानक साहब दे चरणों तो टेक हिले ही ना गुरसिख दी। ते फिर गल नाल ला के चरणा ते मत्था टेक के ते सतगुरु जी 1400 14
669 ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ। 1539 ਦੇ ਵਿੱਚ ਸਤਿਗੁਰੂ ਜੀ ਨੂੰ ਪਹਿਲਾਂ ਹੀ ਜਿੰਦੇ ਲੈਣੇ ਨੂੰ ਥਾਪ ਦਿੱਤਾ। ਜੋਗੀ ਵੀ ਆਏ, ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਨੂੰ ਆ ਗਏ ਤੇ ਬੜੇ ਬੈਰਾਗ ਵਿੱਚ ਆਏ, ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਦੂਜੇ ਨਾਨਕ ਸੀ, ਬਾਬਾ ਬੁੱਢਾ ਜੀ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਗਤਾਂ ਤੁਹਾਡੇ ਦਰਸ਼ਨ ਨੂੰ ਲੋਚਦੀਆਂ ਹਨ। ਫਿਰ ਖਡੂਰ ਸਾਹਿਬ ਦੇ ਵਿੱਚ ਲੰਗਰ ਚੱਲਣ ਲੱਗ ਪਏ, ਮਨ ਦਾ ਲੰਗਰ ਚੱਲਣ ਲੱਗ ਪਿਆ, ਤਨ ਦਾ ਲੰਗਰ ਚੱਲਣ ਲੱਗ ਪਿਆ। ਮਾਤਾ ਖੀਵੀ ਨੇ ਸੇਵਾ ਕੀਤੀ ਤੇ 7 ਸਾਲ ਦੀ ਘਾਲਣਾ ਤੋਂ ਬਾਅਦ ਇਹ ਉਹਨਾਂ ਨੂੰ ਗੱਦੀ ਮਿਲੀ। 7 ਸਾਲ ਦੀ ਘਾਲਣਾ ਕੀਤੀ ਭਾਈ ਲਹਿਣਾ ਜੀ ਨੇ। ਤੇ ਮਾਤਾ ਖੀਵੀ, ਜਿਵੇਂ ਆਪ ਜੀ ਨੂੰ ਦੱਸਿਆ ਸੀ ਮੈਂ, ਲਹਿਣੇ ਦੀ ਫਰਾਈਏ ਨਾਨਕਾ ਕਹਿੰਦੇ ਨੇ, ਦੋਹੀ ਖੱਟੀਏ ਜੋਤ ਉਹਾ ਜੁਗਤ ਸਾਈ, ਸਹਿ ਕਾਇਆ ਫਿਰ ਪਲਟੀਏ। ਤੇ ਫਿਰ ਮਾਤਾ ਖੀਵੀ ਨੇ ਫਿਰ ਲੰਗਰ ਚਲਾਏ, ਪਰ ਇੱਕ ਸ਼ਲੋਕ ਉਚਾਰਨ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਇੰਨਾ ਬੈਰਾਗ, कहते जिस प्यारे सुने हो तिस आगे मर चलिए। मैं क्यों ना मर गया, मेरा गुरु चला गया, मेरा मुर्शिद चला गया, मन में बैराग आ गया। जिस प्यारे सुने हैं तिस आगे मर चलिए, त्रिग जीवन संसार ताके पछ जीवना। जोगी मिलने वास्ते आए, जेडे गुरु नानक साहब ने मिले सन सुमेर पर्वत ते। गुरु नानक साहब ने तेरे चरणों ते हथ लाता, तेरे अगे झुक गया, तेन मत्था टेक दिता। जोगिया ने कहा, गुरु नानक साहब जी, भाई लहणा जी, गुरु अंगद देव जी महाराज मुस्कुराए, कहते जोगियो गुरु नानक साहब मेरे अगे झुकिया नहीं है। कहते आप जी के चरणों में हथ लगा के ते उन्होंने तुहानू गद्दी दिती है। कहते अगर एक प्यो अपने पुत्र नू उत्ते चुकन वास्ते, एक प्यो अपने पुत्र नू गल बकड़ी विच लैण वास्ते, छोटा जिहा पुत्र नू गल बकड़ी लैण वो चुकदा है, उन्हें चुकना नहीं कहते, उन्हें चुकना नहीं कहते। कहते वाकई जो निमरता गुरु नानक साहब विच हैगी सी, ये भाई लहणा दे विच निमरता है। फिर बुलाया, क्योंकि भाई मरदाना जी ते भाई बाला जी नाल समा भी पूरा हो रहा है, तो फिर उन्होंने को सारी साखियां सुनिया। और भाई बाले जी की साखी जी सी वो फिर लिखवाई। 63 श्लोक आप जी ने श्री गुरु ग्रंथ साहब दे विच लिखे। ते अल्फाबेटिक पंजाबी जो है इन्हां दी बड़ी वड्डी दात है जो सिखां नूं मिली। और गुरु अर्जन देव जी ने फिर वही बोली जी सी गुरलिपि जी सी गुरमुखी वो यूज की। बायोग्राफी जी सी गुरु नानक साहब जी महाराज की वो सारी लिखाई। पैडा मुखा कोलों उन्होंने बुला के उनके कोलों ते नोमिनी किया। फिर नोमिनी किया गुरु अमरदास जी महाराज ने, भले अमरदास गुण तेरे तेरी उपमा तोहे बन। 63 श्लोक दे विच बड़े श्लोक हैं ऐसे जड़े असी रोज ही पढ़ते हाँ। असी होर कोई गुरबाणी पढ़िए ना पढ़िए, गुरु अर्जन देव जी महाराज ने ऐसी कृपा की कि महाराज जी गुरु अंगद देव जी के श्लोक वस्तु अंदर बस समावे दूजी होवे पास। पास का मतलब ये नहीं कि कोल सस्से नूं सिहारी है। कहते एक वस्तु विच दूजी वस्तु तां ही समा सकती है जी पहली नूं कट दिता जाए। हुण गिलास विच पानी है बच्चों, जे गिलास विच पानी है पर दुध पाने ते पानी रोड़ना पेगा। सानू गुरु नानक दा सिख बनना है तो सानू अपनियां सारियां पुरानियां भाई लहणा जीवगन जेडे रिचुअल सन छड्डने पैणगे सानू। जे गुरु दी मत ते तां ही आएगी। फिर सानू दूजी होवे पास। पास में ना पासे सस्से नूं सिहारीए ते पासे कर दित्ता उन्होंने। कहंदे कहंदे पर यह ना होवे कि सलाम जवाब दोवे करे, मत्था भी टेके गुरु ग्रंथ साहब जी नूं ते अगों फिर मड़ियां मसानियां नूं पूजे, वो नहीं होना चाहिए है। फिर कहंदे वो उहदे च कहंदे हन गुरु भाई गुरु अंगद देव जी कहंदे ने एक कहीं आसकी दूजे लगे जाए, सलाम जवाब दोवे करे मुढ़ो गुत्था जाए। ये नहीं होना। फिर ये तो वस्तु अंदर बस समावे तां गुरसिक्खी दी दात मिलती है। जे पहलियां जिन्ने भी हैं ना रिचुअल बाहर कर दिते जान तो समा भी हो गया है। हले बड़ियां साखियां हैं। मलूका चौधरी जी की साखी है,
ਤੇ ਹੋਰ ਬੜੀਆਂ ਸਾਖੀਆਂ ਹਨ ਮਹਾਰਾਜ ਦੀਆਂ। ਫਿਰ ਕਦੀ ਮੌਕਾ ਮਿਲਿਆ ਤੇ ਆਪ ਜੀ ਦੇ ਨਾਲ ਬੱਚਿਆਂ ਦੇ ਨਾਲ ਸਾਂਝੇ ਕਰਾਂਗੇ। ਧੰਨਵਾਦ ਹੈ ਖਾਸ ਤੌਰ ਤੇ ਜਸਪ੍ਰੀਤ ਕੌਰ ਮੇਰੀ ਬੇਟੀ, ਜੋ ਕਿ ਅਸੀਂ ਸਾਡੀ ਬੇਨਤੀ ਕਰਨ ਤੇ ਖਾਲਸਾ ਜੀ ਆਏ ਸਨ ਦਿੱਲੀ, ਉਹਨਾਂ ਨਾਲ ਇੱਥੇ ਮੁਲਾਕਾਤ ਹੋਈ ਸੀ ਸਾਡੀ। ਇੱਥੇ ਮੁਲਾਕਾਤ ਹੋਈ ਸੀ ਬਾਲੀ ਨਗਰ ਗੁਰਦੁਆਰੇ, ਇੱਥੇ ਇਹਨਾਂ ਨੇ ਕੈਂਪ ਲਾਇਆ ਸੀ, ਬੱਚੇ ਆਏ ਸਨ, ਉਹਨਾਂ ਨੂੰ ਤਾਂ ਧਾਰਮਿਕ ਫਿਲਮ ਦਿਖਾਈ ਗਈ ਸੀ। ਜਸਪ੍ਰੀਤ ਬੇਟੀ ਵੀ ਨਾਲ ਸੀ, ਉੱਥੇ ਵੀ ਉਹਨੇ ਲੈਕਚਰ ਦਿੱਤਾ ਸਿੱਖੀਜ਼ਮ ਦੇ ਉੱਤੇ, ਤੇ ਬੜਾ ਮਨ ਖੁਸ਼ ਹੋਇਆ, ਬੜਾ ਪ੍ਰਭਾਵਿਤ ਹੋਇਆ ਉਹਨਾਂ ਦੇ ਜੀਵਨ ਤੋਂ। ਤੇ ਕੋਸ਼ਿਸ਼ ਕਰਨੇ ਆ ਕਿ ਜੋ ਇਹ ਪੂਰਨੇ ਗੁਰਸਿੱਖ ਪਾ ਰਹੇ ਹਨ, ਜੋ ਗੁਰੂਆਂ ਨੇ ਪਾਏ ਹਨ, ਤੇ ਸਤਿਗੁਰੂ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੇ, ਸਾਨੂੰ ਆਪਣੇ ਪੱਲੇ ਲਾ ਲਵੇ ਤੇ ਸਾਡਾ ਲੋਕ ਤੇ ਪਰਲੋਕ ਦੋਨੇ ਸੁਹੇਲੇ ਹੋ ਜਾਣ। ਤੇ ਐਸਾ ਜੀਵਨ ਹੈ। ਫਿਰ ਆਪ ਗੁਰਗੱਦੀ ਦੇ ਸੀ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਮੱਥਾ ਟੇਕ ਦਿੱਤਾ, ਗੁਰੂ ਅਮਰਦਾਸ ਜੀ ਨੂੰ। ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਬੱਚਿਆਂ ਨੂੰ ਗੱਦੀ ਨਹੀਂ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਦਾਸੂ ਦਾਤੂ, ਹਾਂਜੀ, 2 ਬੱਚੇ ਸਨ ਉਹਨਾਂ ਦੇ, ਬੀਬੀ ਅਨੋਖੀ ਬੀਬੀ ਅਮਰੋ, ਉਹਨਾਂ ਦੀ 2 ਬੇਟੀਆਂ ਸਨ। ਹਾਂਜੀ, ਗੱਦੀ ਕਿਹਨੂੰ ਦਿੱਤੀ ਹੈ? ਜਿਹਨੇ 12 ਸਾਲ ਗਾਗਰ ਦੀ ਸੇਵਾ ਕੀਤੀ। ਪੱਲੇ ਅਮਰਦਾਸ ਜੀ ਤੇਰੇ, ਤੇਰੀ ਉਪਮਾ ਤੋਏ ਬਣੇ ਆ ਗਏ। ਸੋ ਟਾਈਮ ਪੂਰਾ ਹੋ ਗਿਆ ਹੈ। ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਭ ਤੋਂ ਪਹਿਲਾਂ, ਕਿਉਂ ਜਿਨ੍ਹਾਂ ਨੇ ਆਪੇ ਹੀ ਸੇਵਾ ਲਈ ਹੈ। ਔਰ ਸਾਰੀ ਸੰਸਥਾ ਦਾ, ਸਾਰੇ ਟੀਚਰਾਂ ਦਾ, ਸਾਰੇ ਸਟੂਡੈਂਟ ਜਿਹੜੇ ਬੜੇ ਪਿਆਰ ਦੇ ਨਾਲ, ਇਹ ਭਾਈ ਲੈਣਾ ਜਿਸ ਨੇ ਸਨ ਭਾਈ ਜੋਤ ਜੀ ਕੋਲੋਂ ਇਹ ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਨੇ ਗੁਰ ਕੋ ਬਲ ਜਾਈਆਂ। ਫਿਰ ਕਦੀ ਮੌਕਾ ਬਣਿਆ ਤੇ ਆਪ ਜੀ ਦੇ ਸਾਰਿਆਂ ਦੇ ਦਰਸ਼ਨ ਕਰਾਂਗੇ। ਤੇ ਇਹ ਬੜਾ ਵੱਡਾ ਪ੍ਰੋਜੈਕਟ ਹੈ, ਇਹਦੇ ਵਿੱਚ ਕੋਸ਼ਿਸ਼ ਕਰੋ ਜੋ ਸੁਣ ਰਿਹਾ ਹੈ ਤੇ ਇਸ ਤੋਂ ਬੱਚਿਆਂ ਨੂੰ ਸਪਾਂਸਰ ਕਰਕੇ ਅਸੀਂ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲਣਾ ਹੈ ਖਾਲਸਾ ਜੀ ਦੇ, ਤਾਂ ਕਿ ਇੱਥੇ ਦੇਖੋ ਮਾਇਆ ਤੇ ਅਸੀਂ ਸਾਡੀ ਜਿਹੜੀ ਚਲੀ ਜਾਣੀ ਹੈ ਤੇ ਇੱਥੇ ਰਹਿ ਜਾਣੀ ਹੈ, ਪਰ ਜੇ ਕੁਛ ਇਹ ਮਾਇਆ ਵਿੱਚੋਂ ਦਸਵਾਂ ਦੇ ਵਿੱਚੋਂ ਕੋਈ ਚੰਗੇ ਕੰਮ ਕਰ ਜਾਵਾਂਗੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਮਿਲ ਜਾਏਗੀ। ਤੇ ਤੂੰ ਦੁਨੀਆ ਤੇ ਆਇਆ ਤੇ ਆਪਣੇ ਬੱਚਿਆਂ ਨੂੰ ਤੇ ਕੁੱਤੇ ਵੀ ਪਾਲਦੇ ਨੇ, ਕੁੱਤੇ ਵੀ ਆਪਣੇ ਧਿਆਨ ਕਰਦੇ ਨੇ, ਕੁੱਤੀ ਵੀ ਦੁੱਧ ਪਿਆਉਂਦੀ ਹੈ, ਪਰ ਜੇ ਤੂੰ ਕਿਸੇ ਹੋਰ ਦਾ ਧਿਆਨ ਕਰ ਰਿਹਾ ਹੈ ਤੇ ਇਹ ਤੇਰੀ ਬੜੀ ਵੱਡੀ ਗੁਰਸਿੱਖੀ, ਬੜੀ ਤੇਰੀ ਅਮੀਰ ਹੈ। ਸੋ ਮੈਂ क्षमा ਚਾਹਾਂਗਾ ਜੇ ਕੋਈ ਗੁਣ ਚੰਗਾ ਲੱਗਿਆ ਹੋਇਆ ਤੇ ਪੱਲੇ ਬੰਨ ਲਓ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਸਾਰੇ ਗੁਣ ਚੰਗੇ ਨੇ, ਸਾਰੇ ਗੁਣ ਚੰਗੇ ਨੇ, ਪਰ ਇਹ ਕਿ ਸਾਨੂੰ ਐਪਲੀਕੇਬਲ ਕਰਨਾ ਪਏਗਾ। ਅੱਜ ਪ੍ਰਣ ਕਰ ਲਓ ਕਿ ਪੰਜਾਬੀ ਊੜਾ ਐੜਾ ਰੋਜ਼ ਇੱਕ ਵਾਰੀ ਲਿਖਣਾ ਹੈ, ਮੂਲ ਮੰਤਰ ਇੱਕ ਵਾਰੀ ਰੋਜ਼ ਲਿਖਣਾ ਹੈ ਜ਼ਰੂਰ, ਭਾਵੇਂ ਇੱਕ ਵਾਰੀ ਲਿਖੋ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਹ ਪ੍ਰਸ਼ਾਦੇ ਨੂੰ ਅੰਮ੍ਰਿਤ ਬਣਾ ਲੈਣਾ ਹੈ, ਰੋਟੀ ਨੂੰ ਅੰਮ੍ਰਿਤ ਬਣਾ ਲੈਣਾ, ਮੂਲ ਮੰਤਰ ਕਰਕੇ ਪ੍ਰਸ਼ਾਦਾ ਛਕਣਾ ਹੈ। ਇਹ ਛੋਟੀ ਛੋਟੀ ਗੱਲਾਂ ਪਰ ਜੀਵਨ ਵਿੱਚ ਇੰਨਾ ਅਸਰ ਕਰਨਗੀਆਂ, ਤੁਹਾਡੇ ਜੀਵਨ ਵਿੱਚ ਇੰਨਾ ਅਸਰ ਕਰਨਗੀਆਂ, ਤੁਹਾਡਾ ਲਾਈਫ ਚੇਂਜ ਹੋ ਜਾਏਗੀ। ਇਸ਼ਨਾਨ ਕਰਨ ਲੱਗਿਆ ਸਿਮਰਨ ਕਰਦੇ ਰਹੋ, ਰਾਤੀ ਸੌਣ ਲੱਗਿਆ ਕੀਰਤਨ ਸੁਣ ਲੈ ਤੋਂ ਬਾਅਦ 2-4 ਮਿੰਟ ਬੈਠ ਕੇ ਸਿਮਰਨ ਕਰੋ, ਅੰਮ੍ਰਿਤ ਵੇਲੇ ਸਿਮਰਨ ਕਰੋ। ਬਸ ਇਹ ਹੈ ਕਿ ਇਹ ਡੈਫੀਨੇਸ਼ਨ ਹੈ ਗੁਰੂ ਦੀ, ਗੁਰਸਿੱਖ ਦੀ। ਗੁਰ ਸਤਿਗੁਰੂ ਕਾ ਜੋ ਸਿੱਖਾ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਫਿਰ ਚੜੇ ਦਿਵਸ ਗੁਰਬਾਣੀ ਗਾਏ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਤੇ ਆਵੇ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਭਾਵੇ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਪਣੇ ਨਾਮ ਜਪੇ। ਸੋ ਇੱਥੇ ਸਮਾਪਤੀ ਹੈ ਜੀ। ਮੈਂ ਭੁੱਲਾ ਚੁੱਕਾ ਦੀ ਮਾਫੀ ਮੰਗਦਾ ਸਾਰਿਆਂ ਕੋਲੋਂ। ਟੀਚਰਾਂ ਦਾ ਧੰਨਵਾਦ, ਬੱਚਿਆਂ ਦਾ ਧੰਨਵਾਦ, ਖਾਲਸਾ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ, ਜੋ ਆਪ ਜੀ ਨੇ ਇੰਨੇ ਵਡਮੁੱਲੇ ਵਿਚਾਰ ਸਭ ਨਾਲ ਸਾਂਝੇ ਕੀਤੇ। ਹਾਂਜੀ ਮੈਮ ਜੀ, ਹੁਣ 1-2 ਹੈਂਡ ਰੇਜ਼ ਲੈ ਲਈਏ। ਨਹੀਂ ਜੀ, ਉਹ ਘੱਟ ਹੋਣ ਕਰਕੇ ਅੱਜ ਆਪਾਂ ਹੈਂਡ ਰੇਜ਼ ਨਹੀਂ ਲਵਾਂਗੇ ਜੀ। ਹਾਂਜੀ, ਸੋ ਅੱਜ ਦੇ ਕੈਂਪ ਦੀ ਸਮਾਪਤੀ ਇੱਥੇ ਕੀਤੀ ਜਾਂਦੀ ਹੈ ਜੀ। ਸਾਰੇ ਸਟੂਡੈਂਟ ਕੀਤਾ ਜਾਏਗਾ ਜ਼ਰੂਰ। ਆਪ ਜੀ ਸਾਨੂੰ ਸਮਾਂ ਦਿਓਗੇ ਤੇ ਬੱਚਿਆਂ ਨੂੰ ਜਿਸ ਤਰ੍ਹਾਂ ਆਪ ਜੀ ਦਿੱਲੀ ਦੇ ਵਿੱਚ ਸੇਵਾ ਕਰ ਰਹੇ ਹੋ, ਇੱਥੇ ਪੰਜਾਬ ਦੇ ਬੱਚਿਆਂ ਨੂੰ ਵੀ ਜ਼ਰੂਰ ਤੁਸੀਂ ਹੈਲਪ ਕਰੋਗੇ ਜੀ। ਸਾਨੂੰ ਆਪ ਜੀ ਜਦੋਂ ਵੀ ਹੁਕਮ ਕਰੋਗੇ, ਜਿੱਥੇ ਵੀ ਕਰੋਗੇ। ਆਪਾਂ ਰਿਟਾਇਰਡ ਹੈਗੇ, ਮੈਂ 에ਅਰ ਇੰਡੀਆ ਤੋਂ ਰਿਟਾਇਰ ਹਾਂ ਜੀ। ਆਈ ਵਾਸ ਡਿਪਟੀ ਮੈਨੇਜਰ ਇਨ 에ਅਰ ਇੰਡੀਆ, ਤੇ ਮੈਂ ਉੱਥੋਂ ਵੀਅਰਸ ਲਈ ਹੈ। ਆਪਣਾ ਥੋੜਾ ਕਾਰੋਬਾਰ ਵੀ ਹੈ ਦਿੱਲੀ ਵਿੱਚ ਐਕਸਪੋਰਟ ਦਾ, ਔਰ ਬਿਲਕੁਲ ਫ੍ਰੀ ਹੈਗੇ ਹਾਂ। ਅਸੀਂ ਤੇ ਸਾਨੂੰ ਸ਼ੁਕਰ ਕਰਨੇ ਹਾਂ, ਸਾਨੂੰ ਕੋਈ ਬੁਲਾਵੇ, ਕਿਤੇ ਮੌਕਾ ਦੇਵੇ ਤੇ ਅਸੀਂ ਜਾਈਏ। ਤੇ ਸਾਡਾ ਦਿੱਲੀ ਵਿੱਚ ਵੀ ਸਾਡੇ ਕੋਲ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਹਨ, ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ। ਅੱਜ ਕੱਲ੍ਹ ਤੇ ਬੜਾ ਮਾਹੌਲ ਖਰਾਬ ਹੋਇਆ ਪਿਆ ਕਰੋਨਾ ਕਰਕੇ, ਕੋਵਿਡ ਕਰਕੇ, ਔਰ ਅਸੀਂ ਕੋਸ਼ਿਸ਼ ਕਰਨੇ ਹਾਂ ਉੱਥੇ ਜਾ ਕੇ ਬੱਚਿਆਂ ਦੇ ਨਾਲ, ਉਹਨਾਂ ਕੋਲ ਕੁਐਸਚਨ ਆਨਸਰ ਕੀਤੇ ਜਾਣ, ਡਿਬੇਟ ਕੀਤੇ ਜਾਣ। ਕੈਪਟਨ ਸਾਹਿਬ ਜਸਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਨੇ ਆ, ਸਾਡੇ ਨਾਲ ਚਲੇ ਜਾਂਦੇ ਹਨ ਤੇ
ਸਾਡਾ ਕੰਮ ਇਹ ਹੈ ਕਿ ਇਸ ਪਨੀਰੀ ਨੂੰ ਸੰਭਾਲਣਾ ਬਸ। ਜੇ ਇਹ ਪਨੀਰੀ ਸੰਭਾਲ ਲਈ ਅੱਗੋਂ ਜਿਹੜਾ ਫਿਊਚਰ ਹੈ ਬਹੁਤ ਅੱਛਾ ਹੋਏਗਾ। ਔਰ ਵਾਹਿਗੁਰੂ ਦੀ ਕਿਰਪਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਇਸ ਕਰਕੇ ਜਾਂਦੇ ਹਾਂ ਕਿ ਏਅਰ ਇੰਡੀਆ 'ਚ ਰਿਟਾਇਰ ਹਾਂ, 8 ਟਿਕਟਾਂ ਫ੍ਰੀ ਮਿਲਦੀਆਂ ਹਨ, ਇੰਟਰਨੈਸ਼ਨਲ ਟਿਕਟਾਂ, ਤੇ ਚੱਕਰ ਲੱਗਦਾ ਹੀ ਰਹਿੰਦਾ ਸੀ। ਹੁਣ 2 ਸਾਲ ਤੋਂ ਨਹੀਂ ਗਏ, ਨਹੀਂ ਤੇ ਦੇਸ਼ਾਂ ਵਿਦੇਸ਼ਾਂ 'ਚ ਅਸੀਂ ਜਾਂਦੇ ਰਹਿੰਦੇ ਹਾਂ। ਉੱਥੇ ਜਾ ਕੇ ਜਿਵੇਂ ਕੈਨੇਡਾ ਵਿੱਚ, ਅਮਰੀਕਾ ਵਿੱਚ ਕਲਾਸਾਂ ਲੱਗਦੀਆਂ ਹਨ। 118 ਸਟਰੀਟ ਗੁਰਦੁਆਰਾ ਹੈ ਉੱਥੇ ਨਿਊਯਾਰਕ ਦੇ ਵਿੱਚ, ਰਿਚਮੰਡ ਵਿੱਚ, ਉੱਥੇ ਵੀ ਸਾਡੀਆਂ ਕਲਾਸਾਂ ਲੱਗਦੀਆਂ ਹਨ ਜੁਲਾਈ ਦੇ ਮਹੀਨੇ। ਤੇ ਜਿੱਥੇ ਵਾਹਿਗੁਰੂ ਸੇਵਾ ਲੈਂਦਾ, ਆਉਂਦਾ ਜਾਂਦਾ ਕੁਛ ਨਹੀਂ, ਭਰੋਸਾ ਬਸ। ਕਿਉਂਕਿ ਤੁਹਾਡੇ ਵਕਤ ਮੈਂ ਵੀ ਕਾਰੋਬਾਰੀ ਹਾਂ, ਮੈਂ ਵੀ ਨੌਕਰੀ ਕੀਤੀ ਹੈ, 22-23 ਸਾਲ ਨੌਕਰੀ ਕੀਤੀ ਹੈ। ਪਰ ਜੋ ਖਾਲਸਾ ਜੀ ਦੇ ਅੰਦਰ ਪਿਆਰ ਹੈ ਨਾ, ਜੇ 100% ਦੇ 1% ਪਿਆਰ ਕਰਨੇ ਆ ਗੁਰੂ ਦੇ ਨਾਲ, ਬਸ ਉਹ ਪਿਆਰ ਬਣਿਆ ਰਹੇ ਆਖਰੀ ਸਵਾਸ ਤੱਕ। ਤੇ ਸਾਨੂੰ ਜਿੱਥੇ ਤੁਸੀਂ ਬੁਲਾਓਗੇ, ਜਦੋਂ ਬੁਲਾਓਗੇ, ਤੇ ਅਸੀਂ ਹਮੇਸ਼ਾ ਹਾਜ਼ਰ ਹੋ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਕੈਂਪ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ ਅੱਜ। ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕੱਲ ਫਿਰ ਸਾਰਿਆਂ ਨੇ ਸਮੇਂ ਸਿਰ ਜੁਆਇਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।